ਸਤਨਾਮ ਸ੍ਰੀ ਵਾਹਿਗੁਰੂ ਜੀ। ਮਾਰੂ ਮਹੱਲਾ ਤੀਜਾ। ਜਗ ਜੀਵਨ ਸਾਚਾ ਏਕੋ ਦਾਤਾ, ਗੁਰ ਸੇਵਾ ਤੇ ਸ਼ਬਦ ਪਛਾਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਟ ਬ੍ਰਹਮੰਡਾਂ ਦੇ ਮਾਲਕ, ਜੁਗੋ ਜੁਗੀ ਅਟਲ ਸ਼ਬਦਾ ਅਵਤਾਰ, ਦਸਾਂ ਬਾਦਸ਼ਾਹੀਆਂ ਦੀ ਆਤਮਿਕ ਜੋਤ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਦੇ ਵਿੱਚ ਜੁੜ ਮਿਲ ਬੈਠੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਆਓ ਬੜੀ ਪਿਆਰ ਅਰ ਸਤਿਕਾਰ ਦੇ ਨਾਲ ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮਗਤ ਮੇਰੀ। ਜਲਨ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਬਾਈ ਜੀਓ। ਸਤਿਗੁਰਾਂ ਦੀ ਪਵਿੱਤਰ ਅੰਮ੍ਰਿਤ ਬਾਣੀ ਦੀ ਕਥਾ ਵਿਚਾਰ ਵਿਆਖਿਆ ਸੋ ਸਰਵਣ ਕਰਕੇ ਲਾਹਾ ਪ੍ਰਾਪਤ ਕਰੋ ਜੀ। ਇੱਕ ਵਾਰ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਮਾਰੂ ਮਹੱਲਾ ਤੀਜਾ। ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਂ ਹੀ ਬਣ ਆਵੇ। ਤੀਜੇ ਪਾਤਸ਼ਾਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਮਾਰੂ ਰਾਗ ਵਿੱਚ ਸ਼ੋ ਪਾਵਨ ਉਪਦੇਸ਼ ਦੀ ਬਖਸ਼ਿਸ਼ ਕਰਦੇ ਹਨ। ਜਗ ਜੀਵਨ ਸਾਚਾ ਏਕੋ ਦਾਤਾ। ਹੇ ਭਾਈ, ਸਾਰੇ ਜਗਤ ਦਾ ਜੀਵਨ ਰੂਪ ਸੱਚਾ ਪ੍ਰਭੂ ਹੀ ਇੱਕ ਦਾਤਾ ਦੇਣ ਵਾਲਾ ਹੈ। ਗੁਰ ਸੇਵਾ ਤੇ ਸ਼ਬਦ ਪਛਾਤਾ। ਜੋ ਗੁਰਾਂ ਦੀ ਸੇਵਾ ਟਹਿਲ ਕਰਨ ਤੋਂ ਅਤੇ ਉਪਦੇਸ਼ ਦੀ ਕਮਾਈ ਕਰਨ ਨਾਲ ਹੀ ਪਹਿਚਾਣਿਆ ਜਾਂਦਾ ਹੈ। ਏਕੋ ਅਮਰ ਏਕਾ ਪਤ ਸਾਹੀ। ਇੱਕ ਪ੍ਰਭੂ ਦਾ ਹੀ ਸਾਰੇ ਸੰਸਾਰ ਵਿੱਚ ਹੁਕਮ ਹੈ। ਇੱਕ ਉਸੇ ਦੀ ਹੀ ਪਾਤਸ਼ਾਹੀ ਮਲਕੀਅਤ ਹੈ। ਜੁਗ ਜੁਗ ਸਿਰਕਾਰ ਬਣਾਈ ਹੈ। ਉਸਨੇ ਜੁਗਾਂ ਜੁਗਾਂ ਵਿੱਚ ਸਭ ਜੀਵਾਂ ਦੇ ਸਿਰ ਉੱਪਰ ਆਪਣੀ ਹੁਕਮ ਰੂਪੀ ਕਾਰ ਬਣਾਈ ਹੋਈ ਹੈ। ਸੋ ਜਨ ਨਿਰਮਲ ਜਿਨ ਆਪ ਪਛਾਤਾ। ਇਹ ਭਾਈ, ਉਹ ਪੁਰਖ ਸੰਸਾਰ ਅੰਦਰ ਉਜਲ ਜੀਵਨ ਵਾਲਾ ਹੈ, ਜਿਸ ਨੇ ਆਪਣੇ ਸਰੂਪ ਨੂੰ ਪਹਿਚਾਨਣਾ ਕੀਤਾ ਹੈ। ਆਪੇ ਆਏ ਮਿਲਿਆ ਸੁਖ ਦਾਤਾ। ਉਸ ਨੂੰ ਸੁੱਖਾਂ ਦੀ ਦੇਣ ਵਾਲਾ ਪਰਮਾਤਮਾ ਆਪ ਹੀ ਆ ਕੇ ਮਿਲ ਗਿਆ ਹੈ। ਰਸਨਾ ਸ਼ਬਦ ਰਤੀ ਗੁਣ ਗਾਵੇ। ਉਸ ਪੁਰਖ ਦੀ ਰਸਨਾ ਜ਼ਬਾਨ ਗੁਰਾਂ ਦੇ ਉਪਦੇਸ਼ ਦੇ ਵਿੱਚ ਰੰਗੀ ਹੋਈ ਗੁਣ ਗਾਉਂਦੀ ਰਹਿੰਦੀ ਹੈ। ਦਰ ਸਾਚੈ ਬਤ ਪਾਈ ਹੈ। ਉਸਨੇ ਸੱਚੇ ਦੇ ਸੱਚਖੰਡ ਸਾਧ ਸੰਗਤ ਰੂਪ ਦੁਆਰ ਉਤੇ ਪ੍ਰਤਿਸ਼ਠਾ ਇੱਜ਼ਤ ਪਾਉਣਾ ਕੀਤੀ ਹੈ। ਗੁਰਮੁਖ ਨਾਮ ਮਿਲੈ ਵਡਿਆਈ। ਗੁਰਮੁਖ ਜਨਾਂ ਨੂੰ ਗੁਰਾਂ ਦੁਆਰਾ ਨਾਮੀ ਪਰਮੇਸ਼ਰ ਦਾ ਨਾਮ ਅਤੇ ਉਸ ਵਿੱਚ ਅਪੀਦ ਹੋਣ ਰੂਪ
ਸ਼ੋਭਾ ਮਿਲਦੀ ਹੈ। ਮਨਮੁਖ ਨਿੰਦਕ ਪਤ ਗਵਾਈ, ਮਨ ਦੇ ਪਿੱਛੇ ਤੁਰਨ ਵਾਲੇ, ਨਿੰਦਿਆ ਕਰਨ ਵਾਲਿਆਂ ਨੇ ਆਪਣੀ ਇੱਜ਼ਤ ਗਵਾ ਲਈ ਹੈ। ਨਾਮ ਰਤੀ ਪਰਮਹੰਸ ਬੈਰਾਗੀ, ਜੋ ਗੁਰਮੁਖ ਜਨ ਨਾਮ ਦੇ ਵਿੱਚ ਰੰਗੇ ਹੋਏ ਨੇ ਉਹ ਪਰਮਹੰਸ ਤਤ ਬੇਤੇ ਅਤੇ ਪੂਰਨ ਬੈਰਾਗਵਨ ਹਨ। ਨਿਜ ਘਰ ਤਾੜੀ ਲਾਈ ਹੈ, ਉਹਨਾਂ ਨੇ ਆਪਣੇ ਸਰੂਪ ਰੂਪੀ ਘਰ ਵਿੱਚ ਸਮਾਧੀ ਲਾਉਣਾ ਕੀਤੀ ਹੈ। ਸ਼ਬਦ ਮਰੈ ਸੋਈ ਜਨ ਪੂਰਾ, ਜੋ ਗੁਰਾਂ ਦੇ ਉਪਦੇਸ਼ ਦੀ ਕਮਾਈ ਕਰਕੇ ਜੀਵਤ ਭਾਵ ਤੋਂ ਮਰਦਾ ਹੈ ਉਹੀ ਪੁਰਖ ਪੂਰਨ ਹੈ। ਸਤ ਗੁਰ ਆਖ ਸੁਣਾ ਸੁਣਾਏ ਸੂਰਾ, ਇਹ ਸਿੱਖਿਆ ਸਤਿਗੁਰੂ ਰੂਪੀ ਸੂਰਮੇ ਨੇ ਆਪਣੇ ਮੁਖ ਦੁਆਰਾ ਆਖ ਕੇ ਕਹਿ ਕੇ ਸੁਣਾਉਣਾ ਕੀਤੀ ਹੈ। ਕਾਇਆ ਅੰਦਰ ਅੰਮ੍ਰਿਤ ਸਰ ਸਾਚਾ, ਇਸ ਦੇਹੀ ਦੇ ਅੰਦਰ ਸੱਚਾ ਨਾਮ ਰੂਪੀ ਅੰਮ੍ਰਿਤ ਦਾ ਸਰੋਵਰ ਹੈ ਜੋ ਲਬਾਲਬ ਨਾਮ ਜਲ ਦੇ ਨਾਲ ਭਰਿਆ ਹੋਇਆ ਹੈ। ਮਨ ਪੀਵੈ ਭਾਈ ਸੁਭਾਈ ਹੈ, ਜਿਸ ਦਾ ਮਨ ਪ੍ਰੇਮ ਵਾਲਾ ਹੈ ਉਹ ਸੁਭਾਵਕ ਹੀ ਹਿਰਦੇ ਕਰਕੇ ਨਾਮ ਅੰਮ੍ਰਿਤ ਨੂੰ ਪੀਣਾ ਕਰਦਾ ਹੈ। ਪਾੜ ਪੰਡਤ ਅਵਰਾ ਸਮਝਾਏ, ਪੰਡਿਤ ਜੀ ਮਤਲਬ ਵਿਦਵਾਨ ਲੋਕ ਸ਼ਾਸਤਰਾਂ ਆਦਿਕ ਪੁਸਤਕਾਂ ਨੂੰ ਪੜ੍ਹ ਕੇ ਹੋਰਨਾਂ ਨੂੰ ਹੀ ਸਮਝਾਉਂਦੇ ਹਨ। ਜਿਹੜਾ ਪੜ੍ਹਾਉਣ ਵਾਲਾ ਹੈ, ਪੜ੍ਹ ਕੇ ਸੁਣਾਉਣ ਵਾਲਾ ਹੈ, ਉਹ ਆਪ ਸਮਝਦਾ ਨਹੀਂ ਹੈ। ਘਰ ਜਲ ਤੇ ਕੀ ਖਬਰ ਨਾ ਪਾਏ, ਪਰੰਤੂ ਆਪਣੇ ਹਿਰਦੇ ਰੂਪੀ ਘਰ ਦੇ ਤ੍ਰਿਸ਼ਨਾ ਬੇਕਾਰਾਂ ਆਦਿਕ ਦੀ ਅੱਗ ਵਿੱਚ ਸੜਦੇ ਹੋਏ ਦੀ ਖਬਰ ਸੂਝ ਸਾਰ ਨਹੀਂ ਪਾਉਂਦੇ। ਬਿਨ ਸਤਿਗੁਰ ਸੇਵੇ ਨਾਮ ਨਾ ਪਾਈਐ, ਇਹ ਭਾਈ ਸਤਿਗੁਰੂ ਸਾਹਿਬ ਜੀ ਦੀ ਟਹਿਲ ਕੀਤੀ ਤੋਂ ਬਿਨਾਂ ਪਰਮੇਸ਼ਰ ਦਾ ਨਾਮ ਰੂਪੀ ਜਲ ਉਹ ਨਹੀਂ ਪਾਈਦਾ। ਪੜ ਥਾਕੀ ਸ਼ਾਂਤ ਨਾਈ ਹੈ, ਪੰਡਤ ਲੋਕ ਅਨੇਕਾਂ ਪੁਸਤਕਾਂ ਪੜ੍ਹ ਕੇ ਥੱਕ ਗਏ ਨੇ ਪਰ ਉਹਨਾਂ ਨੂੰ ਸ਼ਾਂਤੀ ਨਹੀਂ ਆਈ ਤੇ ਨਾ ਹੀ ਆਵੇਗੀ। ਇੱਕ ਭਸਮ ਲਗਾਈ ਫਿਰ ਹੈ ਭੀਖ ਧਾਰੀ, ਇੱਕ ਮਤਲਬ ਕਈ ਲੋਕ ਵੇਸ ਧਾਰਨ ਵਾਲੇ ਸਰੀਰ ਉੱਪਰ ਸਵਾਹ ਲਗਾ ਕੇ ਤੁਰੇ ਫਿਰਦੇ ਹਨ। ਬਿਨ ਸ਼ਬਦੈ ਹਉ ਮੈਂ ਕਿਨ ਮਾਰੀ, ਗੁਰਾਂ ਦੇ ਉਪਦੇਸ਼ ਦੀ ਕਮਾਈ ਕੀਤੀ ਤੋਂ ਬਿਨਾਂ ਦੇਹ ਦੀ ਹੰਤਾ ਮਮਤਾ ਕਿਸ ਨੇ ਮਾਰ ਨਾ ਕੀਤੀ ਹੈ, ਭਾਵ ਕਿਸੇ ਨੇ ਵੀ ਉਹ ਮਾਰੀ ਨਹੀਂ ਹੈ। ਆਨ ਦਿਨ ਜਲਤ ਰਹਾ ਦਿਨ ਰਾਤੀ, ਉਹ ਭੇਖਤਾਰੀ ਲੋਕ ਦਿਨ ਰਾਤ ਇੱਕ ਰਸ ਈਰਖਾ ਤ੍ਰਿਸ਼ਨਾ ਤੇ ਵੈਰ ਵਿਰੋਧੀ ਅੱਗ ਦੇ ਵਿੱਚ ਸੜਦੇ ਰਹਿੰਦੇ ਹਨ। ਭਰਮ ਭੇਖ ਪਰਮਾਈ ਹੈ, ਉਹਨਾਂ ਦੀ ਬਿਰਤੀ ਦਿਨ ਰਾਤ ਭੇਖਾਂ ਦੇ ਭਰਮ ਦੇ ਵਿੱਚ ਭਰਮਦੀ ਰਹਿੰਦੀ ਹੈ। ਇਕ ਗ੍ਰਹਿ ਕੁਟੰਬ ਮਹਿ ਸਦਾ ਉਦਾਸੀ, ਇੱਕ ਗੁਰਮੁਖ ਜਨ ਘਰ ਅਤੇ ਪਰਿਵਾਰ ਵਿੱਚ ਰਹਿੰਦੇ ਹੋਏ ਵੀ ਇਸ ਦੇ ਮੋਹ ਤੋਂ ਹਮੇਸ਼ਾ ਉਪਰਾਮ ਰਹਿੰਦੇ ਹਨ। ਸ਼ਬਦ ਮੂਏ ਹਰ ਨਾਮ ਨਿਵਾਸੀ, ਉਹ
ਗੁਰਾਂ ਦੇ ਉਪਦੇਸ਼ ਦੀ ਕਮਾਈ ਕਰਕੇ ਜੀਵਤ ਭਾਵ ਤੋਂ ਮਰ ਗਏ ਨੇ ਅਤੇ ਉਹਨਾਂ ਦੇ ਹਿਰਦੇ ਵਿੱਚ ਹਰੀ ਪਰਮੇਸ਼ਰ ਦੇ ਨਾਮ ਦਾ ਵਾਸਾ ਰਹਿੰਦਾ ਹੈ। ਆਨੰਦਿਨ ਸਦਾ ਰਹਾ ਹੈ ਰੰਗ ਰਾਤੀ। ਉਹ ਰਾਤ ਦਿਨ ਹਮੇਸ਼ਾ ਪ੍ਰੇਮ ਜਾਂ ਆਨੰਦ ਵਿੱਚ ਰਤੇ ਰਹਿੰਦੇ ਹਨ। ਭੈ ਭਾਈ ਭਗਤ ਚਿਤ ਲਾਈ ਉਹਨਾਂ ਨੇ ਹੈ। ਡਰ ਅਤੇ ਪ੍ਰੇਮ ਧਾਰਨ ਕਰਕੇ ਭਗਤੀ ਵਿੱਚ ਮਨ ਦੀ ਬਿਰਤੀ ਲਾਉਣਾ ਕੀਤੀ ਹੈ। ਮਨ ਮੁਖ ਨਿੰਦਾ ਕਰ ਕਰ ਬਿਗੁਤਾ। ਮਨਮੁਖ ਪੁਰਖ ਆਪ ਜਸ ਕਰ ਕਰਕੇ ਖਰਾਬ ਹੁੰਦਾ ਰਹਿੰਦਾ ਹੈ। ਅੰਦਰ ਲੋਭ ਭੌਂਕੈ ਜਿਸ ਕੁੱਤਾ। ਜਿਸ ਦੇ ਹਿਰਦੇ ਵਿੱਚ ਪਦਾਰਥਾਂ ਦਾ ਲਾਲਚ ਰੂਪ ਕੁੱਤਾ ਭੌਂਕਦਾ ਰਹਿੰਦਾ ਹੈ। ਜਮਕਾਲ ਤਿਸ ਕਦੇ ਨਾ ਛੋੜੈ। ਤਿਸ ਪੁਰਖ ਨੂੰ ਯਮਦੂਤ ਕਦੇ ਵੀ ਛੱਡਦਾ ਨਹੀਂ ਹੈ। ਅੰਤ ਗਿਆ ਪਛਤਾਈ ਹੈ। ਅਤੇ ਅਖੀਰ ਨੂੰ ਪਛਤਾਪ ਕਰਦਾ ਹੋਇਆ ਸੰਸਾਰ ਤੋਂ ਕੋਚ ਕਰਕੇ ਪਰਲੋਕ ਨੂੰ ਗਿਆ ਹੈ। ਸੱਚੈ ਸ਼ਬਦ ਸੱਚੀ ਬਾਤ ਹੋਈ। ਜੋ ਸੱਚੇ ਗੁਰਾਂ ਦੇ ਉਪਦੇਸ਼ ਨੂੰ ਕਮਾਉਂਦਾ ਹੈ ਉਸ ਦੀ ਲੋਕ ਪਰਲੋਕ ਵਿੱਚ ਸੱਚੀ ਇੱਜ਼ਤ ਹੁੰਦੀ ਹੈ। ਬਿਨ ਨਾਵੈ ਮੁਕਤ ਨਾ ਪਾਵੈ ਕੋਈ। ਪਰਮੇਸ਼ਰ ਦਾ ਨਾਮ ਜਪੇ ਤੋਂ ਬਿਨਾਂ ਕੋਈ ਵੀ ਪ੍ਰਾਣੀ ਮੁਕਤੀ ਨਹੀਂ ਪਾ ਸਕਦਾ। ਬਿਨ ਸਤਿਗੁਰ ਕੋ ਨਾਉ ਨਾ ਪਾਏ। ਸਤਿਗੁਰੂ ਸਾਹਿਬ ਜੀ ਤੋਂ ਬਿਨਾਂ ਕੋਈ ਵੀ ਪ੍ਰਭੂ ਦਾ ਨਾਮ ਨਹੀਂ ਪਾ ਸਕਦਾ। ਰੱਬ ਐਸੀ ਬਣਤ ਬਣਾਈ ਹੈ। ਪਰਮੇਸ਼ਰ ਨੇ ਅਜਿਹੀ ਹੀ ਮਰਿਆਦਾ ਬਣਾਉਣਾ ਕੀਤੀ ਹੈ। ਇੱਕ ਸਿੱਧ ਸਾਧਕ ਬਹੁਤ ਵਿਚਾਰੀ। ਇੱਕ ਸਿੱਧੀ ਕਰਨ ਵਾਲੀ ਸਿੱਧ, ਸਾਧਨਾ ਕਰਨ ਵਾਲੀ ਜਗਿਆਸੂ ਅਤੇ ਬੇਅੰਤ ਵਿਚਾਰ ਕਰਨ ਵਾਲੇ ਹਨ। ਕਹੈ ਨਿਸ ਨਾਮ ਰਤੇ ਨਿਰੰਕਾਰੀ। ਇੱਕ ਗੁਰਮੁਖ ਜਨ ਦਿਨ ਰਾਤ ਆਕਾਰਾਂ ਤੋਂ ਰਹਿਤ ਪ੍ਰਭੂ ਦੇ ਨਾਮ ਦੇ ਵਿੱਚ ਰੰਗੇ ਰਹਿੰਦੇ ਹਨ। ਜਿਸਨੋ ਆਪ ਮਿਲਾਈ ਸੋ ਬੁਝੈ। ਜਿਸ ਪੁਰਖ ਨੂੰ ਪਰਮਾਤਮਾ ਆਪ ਗੁਰਾਂ ਨਾਲ ਮਿਲਾਉਂਦਾ ਹੈ ਉਹ ਆਪਣੇ ਸਰੂਪ ਨੂੰ ਬੁੱਝਦਾ ਸਮਝਦਾ ਹੈ। ਭਗਤ ਭਾਈ ਭਉ ਜਾਈ ਹੈ। ਫਿਰ ਪ੍ਰੇਮ ਭਗਤੀ ਕਰਕੇ ਉਸ ਦਾ ਸਾਰਾ ਡਰ ਚਲਿਆ ਜਾਂਦਾ ਹੈ। ਇਸਨਾਨ ਦਾਨ ਕਰਹਿ ਨਹੀਂ ਬੁਝਹਿ। ਕਈ ਤੀਰਥਾਂ ਆਦਿਕ ਦੇ ਇਸ਼ਨਾਨ ਨਹਾਉਣਾ ਕਰਦੇ ਨੇ ਅਤੇ ਦਾਨ ਖੈਰਾਤ ਦੇਣਾ ਕਰਦੇ ਨੇ ਪਰ ਇਹ ਆਪਣੇ ਸਰੂਪ ਨੂੰ ਬੁੱਝਦੇ ਨਹੀਂ ਹਨ। ਜਾਂ ਗੁਰਾਂ ਤੋਂ ਅੰਮ੍ਰਿਤ ਨਾਮ ਨੂੰ ਜਪਣ ਬਾਬਤ ਪੁੱਛਦੇ ਨਹੀਂ ਹਨ। ਇਕ ਮਨੁਆ ਮਾਰ ਮਨ ਐਸਿਓ ਲੁਝਹਿ। ਕਈ ਗੁਰਮੁਖ ਜਨ ਆਪਣੇ ਮਨ ਦੇ ਸੰਕਲਪਾਂ ਵਿਕਲਪਾਂ ਨੂੰ ਮਾਰ ਕੇ ਖਤਮ ਕਰਕੇ ਮਨ ਸਿਓ ਜੂਝ ਮਰੇ ਪ੍ਰਭ ਪਾਏ। ਮਨ ਹੀ ਨਾਲ ਝਗੜਾ, ਮਨ ਹੀ ਨਾਲ ਸੱਥ। ਆਪਦੇ ਮਨ ਦੇ ਨਾਲ ਹੀ ਉਹ ਝਗੜਦੇ ਰਹਿੰਦੇ ਹਨ, ਮਨ ਹੀ ਮੰਝ ਸਮਾਏ। ਸਾਚੈ ਸ਼ਬਦ ਰਤੀ ਕਰੰਗੀ। ਮਤਲਬ ਮਨ ਨੂੰ ਚੰਗਾ ਬਣਾਉਣਾ ਕਰਦੇ ਰਹਿੰਦੇ ਨੇ। ਉਹ ਸੱਚੇ ਗੁਰਾਂ ਦੇ ਉਪਦੇਸ਼ ਵਿੱਚ ਰੰਗੇ ਹੋਏ ਇੱਕ ਰੰਗੀ, ਇੱਕ ਵਾਹਿਗੁਰੂ ਦੇ ਰੰਗ ਵਾਲੇ ਭਾਵ ਇੱਕੋ ਸਰੂਪ ਹੋ ਜਾਂਦੇ ਹਨ। ਸਾਚੈ ਸ਼ਬਦ ਮਿਲਾਈ ਹੈ। ਪਰਮੇਸ਼ਰ ਨੇ ਸੱਚੇ ਗੁਰਾਂ ਦੇ ਉਪਦੇਸ਼ ਦੇ ਵਿੱਚ ਹੀ ਉਹਨਾਂ ਦੀ ਬਿਰਤੀ
ਮਿਲਾਉਣਾ ਕੀਤੀ ਹੈ। ਆਪੇ ਸਿਰਜੀ ਦੇ ਵਡਿਆਈ, ਪਰਮੇਸ਼ਰ ਆਪ ਹੀ ਸਭ ਸੰਸਾਰ ਨੂੰ ਸਿਰਜਦਾ ਰਚਦਾ ਹੈ ਅਤੇ ਆਪ ਹੀ ਸ਼ੋਭਾ ਦਿੰਦਾ ਹੈ। ਇਸੇ ਪ੍ਰਕਾਰ ਆਪੇ ਸਿਰਜੀ ਦੇ ਵਡਿਆਈ, ਪਰਮੇਸ਼ਰ ਆਪ ਹੀ ਜਗਿਆਸੂਆਂ ਦੇ ਹਿਰਦੇ ਅੰਦਰ ਸ਼ੁਭ ਗੁਣ ਸਿਰਜਦਾ ਹੈ ਅਤੇ ਆਪ ਹੀ ਨਾਮ ਦੀ ਸਰੂਪ ਦੀ ਪ੍ਰਾਪਤੀ ਰੂਪ ਵਡਿਆਈ ਦਿੰਦਾ ਹੈ। ਆਪੇ ਭਾਣੈ ਦੇ ਮਿਲਾਈ, ਆਪ ਹੀ ਆਪਣੇ ਹੁਕਮ ਅਨੁਸਾਰ ਸ਼ਰਧਾ ਦੇ ਕੇ ਗੁਰਾਂ ਦੇ ਮੇਲ ਵਿੱਚ ਮੇਲ ਦਿੰਦਾ ਹੈ, ਜਾਂ ਆਪ ਹੀ ਨਿਸ਼ਚਾ ਦੇ ਕੇ ਆਪਣੇ ਸਰੂਪ ਦੇ ਵਿੱਚ ਮੇਲ ਲੈਂਦਾ ਹੈ। ਆਪੇ ਨਦਰ ਕਰੀ ਮਨ ਵਸਿਆ, ਪਰਮਾਤਮਾ ਆਪ ਹੀ ਆਪਣੀ ਕਿਰਪਾ ਦ੍ਰਿਸ਼ਟੀ ਕਰਦਾ ਹੈ ਅਤੇ ਗੁਰਮੁਖਾਂ ਦੇ ਹਿਰਦੇ ਵਿੱਚ ਵਸ ਜਾਂਦਾ ਹੈ। ਆਪਾਂ ਵੀ ਬੇਨਤੀ ਕਰੀਏ, ਪੜ੍ਹੀ ਦਾ ਤਾਂ ਬੜਾ ਹੈ, ਦਿਨ ਰਾਤ ਪੜ੍ਹਦੇ ਹੀ ਰਹੀਦਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ, ਪਰ ਪੜ੍ਹਨ ਤੋਂ ਬਾਅਦ ਅਰਦਾਸ ਵੀ ਕਰੀਏ, ਵਸ ਮੇਰੇ ਪਿਆਰਿਆ, ਵਸ ਮੇਰੇ ਗੋਬਿੰਦ, ਹਰ ਕਰ ਕਿਰਪਾ ਮਨ ਵਸ ਜੀਓ। ਇਹ ਮੇਰੇ ਗੋਬਿੰਦ, ਕਿਰਪਾ ਕਰਕੇ ਇਹ ਜੋ ਪੜ੍ਹਾਈ ਆਪਾਂ ਪੜ੍ਹ ਰਹੇ ਹਾਂ ਇਹਨੂੰ ਮਨ ਦੇ ਵਿੱਚ ਵਸਾ ਵੀ ਦੇ, ਆਪਣਾ ਨਾਮ ਆਪਣਾ ਸਰੂਪ ਹਿਰਦੇ ਵਿੱਚ ਵਸਾਉਣਾ ਕਰ। ਮੇਰੇ ਪ੍ਰਭ ਓਂ ਫਰਮਾਈ ਹੈ, ਮੇਰੇ ਪਰਮਾਤਮਾ ਨੇ ਸੋ ਆਪ ਹੀ ਸਾਧ ਸੰਗਤ ਜੀਓ ਸਮਰੱਥ ਜਿਹੜਾ ਵਾਹਿਗੁਰੂ ਹੈ, ਇਵੇਂ ਹੀ ਮੇਰੇ ਤਾਈ ਸਿੱਖਿਆ ਫਰਮਾਉਣਾ ਕੀਤੀ, ਹੁਕਮ ਕਰਨਾ ਕੀਤਾ ਹੈ। ਸਤਿਗੁਰ ਸੇਵਾ ਹੈ ਸੀ ਜਨ ਸਾਚੀ, ਜੋ ਸਤਿਗੁਰਾਂ ਦੀ ਸੇਵਾ ਕਰਦੇ ਨੇ ਉਹ ਪੁਰਖ ਸੱਚੇ ਜੀਵਨ ਵਾਲੇ ਹਨ। ਮਨ ਮੁਖ ਸੇਵ ਨਾ ਜਾਣਨ ਕਾਚੀ, ਮਨਮੁਖ ਪੁਰਸ਼ ਕੱਚੇ ਵਿਸ਼ਿਆਂ ਵਿੱਚ ਲੱਗੇ ਹੋਏ ਨੇ, ਜਿਸ ਕਰਕੇ ਉਹ ਸਤਿਗੁਰਾਂ ਦੀ ਸੇਵਾ ਕਰਨੀ ਜਾਣਦੇ ਨਹੀਂ ਹਨ। ਆਪੇ ਕਰਤਾ ਕਰ ਕਰ ਵੇਖੈ, ਰਚਨਹਾਰ ਪਰਮਾਤਮਾ ਆਪ ਹੀ ਜਗਤ ਨੂੰ ਕਰਕੇ ਪੈਦਾ ਫਿਰ ਪਾਲਣਾ ਕਰਕੇ ਵੇਖ ਰਿਹਾ ਹੈ। ਜੋ ਭਾਵੈ ਤਿਉ ਲਾਈ ਹੈ, ਜਿਵੇਂ ਉਸ ਨੂੰ ਭਾਉਂਦਾ ਹੈ ਤਿਵੇਂ ਹੀ ਜੀਵਨ ਦੀ ਵਾਸ਼ਨਾ ਦੇ ਅਨੁਸਾਰ ਕਰਮਾਂ ਵਿੱਚ ਲਾ ਦਿੰਦਾ ਹੈ। ਜੁਗ ਜੁਗ ਸਾਚਾ ਏਕੋ ਦਾਤਾ, ਇਹ ਭਾਈ ਜੁਗਾਂ ਜੁਗਾਂ ਵਿੱਚ ਸੱਚਾ ਪਰਮਾਤਮਾ ਹੀ ਇੱਕ ਦਾਤਾ ਦੇਣ ਵਾਲਾ ਹੈ। ਪੂਰੇ ਭਾਗ ਗੁਰ ਸ਼ਬਦ ਪਛਾਤਾ, ਜਿਨ੍ਹਾਂ ਦੇ ਪੂਰਨ ਭਾਗ ਹਨ ਉਹਨਾਂ ਨੇ ਗੁਰਾਂ ਦੇ ਉਪਦੇਸ਼ ਦੁਆਰਾ ਉਸ ਪਰਮੇਸ਼ਰ ਦੇ ਸਰੂਪ ਨੂੰ ਪਹਿਚਾਨਣਾ ਕੀਤਾ ਹੈ। ਸ਼ਬਦ ਮਿਲੇ ਸੇ ਵਿਛੜੇ ਨਾਹੀ, ਜੋ ਗੁਰਾਂ ਦੇ ਉਪਦੇਸ਼ ਵਿੱਚ ਮਿਲੇ ਨੇ ਉਹ ਕਦੇ ਵੀ ਵਿਛੜਦੇ ਨਹੀਂ ਹਨ। ਨਦਰੀ ਸਹਿਜ ਮਿਲਾਈ ਹੈ, ਪਰਮੇਸ਼ਰ ਨੇ ਆਪਣੀ ਕਿਰਪਾ ਦ੍ਰਿਸ਼ਟੀ ਕਰਕੇ ਸੁਭਾਵਕ ਹੀ ਆਪਣੇ ਸਰੂਪ ਦੇ ਵਿੱਚ ਮਿਲਾ ਲਏ ਹਨ। ਹਉ ਮੈਂ ਮਾਇਆ ਮੈਲ ਕਮਾਇਆ, ਜੋ ਮਨੁੱਖ ਮਾਇਆ ਦੀ ਹੰਗਤਾ ਕਰਕੇ ਮਲੀਨ ਪਾਪਾਂ ਵਾਲੇ ਕਰਮਾਂ ਨੂੰ ਕਮਾਉਣਾ ਕਰਦੇ ਹਨ। ਮਰ ਮਰ ਜੰਮ ਹੈ ਦੂਜਾ ਭਾਇਆ, ਉਹ ਦਵੈਤ ਭਾਵ ਦੇ ਵਿੱਚ ਲੱਗਣ ਕਰਕੇ ਮਰ ਮਰ ਕੇ ਜੰਮਦੇ ਰਹਿੰਦੇ ਨੇ, ਜਾਂ ਮੌਤ ਦੇ ਮਾਰੇ ਹੋਏ ਮਰਦੇ ਅਤੇ ਵਾਸ਼ਨਾ ਦੇ ਵੱਜੇ ਹੋਏ ਜੰਮਦੇ ਮਰਦੇ ਰਹਿੰਦੇ ਹਨ। ਬਿਨ ਸਤਿਗੁਰ ਸੇਵੇ ਮੁਕਤ ਨ ਹੋਈ, ਸਤਿਗੁਰੂ ਸਾਹਿਬ ਜੀ ਦੀ ਸੇਵਾ ਟਹਿਲ ਕੀਤੀ ਤੋਂ ਬਿਨਾ
ਕਿਸੇ ਦੀ ਵੀ ਮੁਕਤੀ ਨਹੀਂ ਹੋਈ ਹੈ। ਮਨ ਦੇਖਾਹੋ ਲਿਵ ਲਾਈ ਹੈ। ਜੇਕਰ ਕੋਈ ਸੰਸਾ ਹੈ ਤਾਂ ਆਪਦੇ ਹਿਰਦੇ ਵਿੱਚ ਬਿਰਤੀ ਲਗਾ ਕੇ ਵੇਖ ਲਵੋ, ਕਿਸੇ ਦੀ ਮੁਕਤੀ ਹੋਈ ਹੈ ਅੱਜ ਤੱਕ? ਬਿਲਕੁਲ ਨਹੀਂ। ਮਨ ਦੀ ਬਿਰਤੀ ਲਗਾ ਕੇ ਵੇਖੋ, ਜਿਸ ਨੇ ਗੁਰਾਂ ਦੁਆਰਾ ਆਪਣੀ ਬਿਰਤੀ ਲਾਈ ਹੈ ਉਸੇ ਦੀ ਹੋਈ ਮੁਕਤੀ ਹੋਈ ਹੈ। ਜੋ ਤਿਸ ਭਾਵੈ ਸੋਈ ਕਰਸੀ। ਇਹ ਭਾਈ, ਜੋ ਕੁਝ ਵੀ ਤਿਸ ਪਰਮੇਸ਼ਰ ਨੂੰ ਭਾਉਂਦਾ ਹੈ ਉਹੀ ਤਿੰਨਾਂ ਗੱਲਾਂ ਵਿੱਚ ਕਰਦਾ ਸੀ, ਕਰਸੀ। ਕਰਦਾ ਸੀ ਪਾਸਟ ਟੈਂਸ, ਕਰਦਾ ਹੈ ਪ੍ਰੈਜ਼ੈਂਟ ਟੈਂਸ, ਤੇ ਕਰੇਗਾ ਫਿਊਚਰ ਟੈਂਸ। ਸੋ ਇੰਜ ਉਹ ਵਾਹਿਗੁਰੂ ਅਕਾਲ ਪੁਰਖ ਆਪਦੀ ਮਰਜ਼ੀ ਕਰਦਾ ਹੈ। ਆਪਹੁ ਹੋਆ ਨਾ ਕਿਛ ਹੋਸੀ। ਆਪਦੇ ਹੰਕਾਰ ਨਾਲ ਨਾ ਕੁਝ ਪਿੱਛੇ ਹੋਸੀ ਹੋਇਆ ਸੀ ਪਾਸਟ, ਤੇ ਨਾ ਹੀ ਹੁਣ ਹੋ ਰਿਹਾ ਹੈ ਪ੍ਰੈਜ਼ੈਂਟ, ਤੇ ਨਾ ਹੀ ਅੱਗੇ ਨੂੰ ਹੋਵੇਗਾ ਵੈਲ ਸ਼ੈਲ ਕੁਝ ਵੀ। ਸੋ ਉਸ ਵਾਹਿਗੁਰੂ ਦੀ ਮਰਜ਼ੀ ਤੋਂ ਬਗੈਰ ਨਹੀਂ ਹੁੰਦਾ ਹੈ। ਇਹ ਗੱਲ ਸਾਨੂੰ ਸਮਝਣੀ ਚਾਹੀਦੀ ਹੈ। ਇਸ ਲਈ ਕਿਸੇ ਦੇ ਅੱਗੇ ਵਿੱਚ ਕਰਨੀ, ਤਰਲੇ ਮਾਰਨੇ, ਉਹਦੀਆਂ ਮਿੰਨਤਾਂ ਹਾੜੇ ਕੱਢਣੇ ਬਿਲਕੁਲ ਛੱਡ ਦਿਓ, ਕਿਉਂਕਿ ਕਰਨ ਕਰਾਉਣ ਵਾਲਾ ਤਾਂ ਰੱਬ ਹੀ ਹੈ। ਜਿਸ ਦਾ ਹੋਵੇ ਵੱਲ ਸੋ ਕਦੇ ਨਾ ਹਾਰਦਾ। ਤੁਸੀਂ ਉਹਦੇ ਚਰਨਾਂ 'ਚ ਅਰਦਾਸ ਕਰੋ ਵੀ ਤੁਹਾਡੀ ਹਮੇਸ਼ਾ ਜਿੱਤ ਹੋਵੇ। ਸੱਚੇ ਪਾਤਸ਼ਾਹ ਕਿਰਪਾ ਕਰੇਗਾ। ਬਾਦਸ਼ਾਹ ਸਾਹ ਸਭ ਵਸ ਕਰ ਦੀਨੇ, ਕੋਈ ਮੰਤਰੀ ਸ਼ੰਦਰੀ ਬਾਦਸ਼ਾਹ ਦੀ ਤਾਕਤ ਨਹੀਂ ਅੰਮ੍ਰਿਤ ਵੀ ਉਹ ਕੁਝ ਕਰ ਸਕੇ। ਕਰਨ ਕਰਾਉਣ ਵਾਲਾ ਪਰਮੇਸ਼ਰ ਹੈ। ਜੇ ਤੁਸੀਂ ਅਰਦਾਸ ਕਰੋਗੇ ਤੁਹਾਡੇ ਵਸ ਵਿੱਚ ਕਰ ਦੇਵੇਗਾ। ਨਾਨਕ ਨਾਮ ਮਿਲੈ ਵਡਿਆਈ। ਸਤਿਗੁਰੂ ਅਮਰਦਾਸ ਸਾਹਿਬ ਜੀ ਕਥਨ ਕਰਦੇ ਨੇ ਕਿ ਜਿਨ੍ਹਾਂ ਨੂੰ ਗੁਰਾਂ ਦੀ ਕਿਰਪਾ ਦੁਆਰਾ ਨਾਮ ਦੀ ਸ਼ੋਭਾ ਮਿਲੀ ਹੈ, ਦਰ ਸਾਚੈ ਪਤ ਪਾਈ ਹੈ। ਉਹਨਾਂ ਨੇ ਸੱਚੇ ਸਾਧ ਸੰਗਤ ਸੱਚਖੰਡ ਰੂਪੀ ਦੁਆਰੇ ਵਿੱਚ ਇੱਜ਼ਤ ਪਾਉਣਾ ਕੀਤੀ ਹੈ। ਮਾਰੂ ਮਹੱਲਾ ਤੀਜਾ। ਤੀਜੇ ਪਾਤਸ਼ਾਹ ਧੰਨ ਸਤਿਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਮਾਰੂ ਰਾਗ ਵਿੱਚ ਸ਼ੋ ਪਾਵਨ ਫਰਮਾਨ ਕਰਦੇ ਹਨ। ਜੋ ਆਇਆ ਸੋ ਸਭ ਕੋ ਜਾਸੀ। ਹੇ ਭਾਈ, ਜੋ ਵੀ ਸੰਸਾਰ ਵਿੱਚ ਜਨਮ ਧਾਰ ਕੇ ਆਇਆ ਹੈ ਉਹ ਸਭ ਕੋਈ ਸਰੀਰ ਕਰਕੇ ਚਲਿਆ ਜਾਵੇਗਾ। ਜੈ ਭਾਈ ਬਾਦਾ ਜਮ ਫਾਸੀ। ਦਵੈਤ ਭਾਵ ਦੇ ਵਿੱਚ ਲੱਗਾ ਹੋਇਆ ਜੀਵ ਯਮਦੂਤਾਂ ਦੀ ਫਾਹੀ ਵਿੱਚ ਵੱਜ ਜਾਂਦਾ ਹੈ। ਸਤਿਗੁਰ ਰਾਖੇ ਸੇ ਜਨ ਉਬਰੇ। ਜਿਹੜੇ ਪੁਰਖ ਸਤਿਗੁਰਾਂ ਨੇ ਕਿਰਪਾ ਕਰਕੇ ਦਵੈਤ ਭਾਵ ਤੋਂ ਰੱਖ ਲਏ ਨੇ, ਉਹ ਪੁਰਖ ਮਾਇਆ ਜਮਾ ਇਹਨਾਂ ਦੀ ਬੰਧਨਾਂ ਤੋਂ ਬਚ ਗਏ ਹਨ। ਸਾਚੀ ਸਾਚ ਸਮਾਈ ਹੈ। ਉਹ ਸੱਚਾ ਨਾਮ ਜਪਣ ਵਾਲਿਆਂ ਦੀ ਸੱਚ ਸਰੂਪ ਦੇ ਵਿੱਚ ਲੀਨਤਾ ਹੋਈ ਹੈ। ਆਪੇ ਕਰਤਾ ਕਰ ਕਰ ਵਿਖੈ। ਪਰਮਾਤਮਾ ਆਪ ਹੀ ਸਭ ਸੰਸਾਰ ਦਾ ਰਚਨਹਾਰ ਹੈ ਤੇ ਪ੍ਰਭੂ ਆਪ ਹੀ ਸੰਸਾਰ ਨੂੰ ਕਰਕੇ ਉਤਪਤ, ਫਿਰ ਪਾਲਣਾ ਕਰਕੇ ਵੇਖ ਰਿਹਾ। ਕੀ ਵੇਖ ਰਿਹਾ? ਵੀ ਇਹ ਬੁੱਧੂ ਮੇਰੇ ਵੱਲ ਆਉਂਦੇ ਨੇ ਕਿ ਮਾਇਆ ਨੂੰ ਜਕੜ ਬੰਦ ਮਾਰਦੇ ਨੇ। ਉਹ ਮੇਰੇ ਵਰਗੇ ਬੁੱਧੂ ਦਾਤ ਪਿਆਰੀ ਵਿਸਰਿਆ ਦਾਤਾਰ, ਦਾਤਾ ਨੂੰ ਪਿਆਰ ਕਰਦੇ ਨੇ ਤੇ ਮੋਹ ਪਿਆਰ ਵਿੱਚ ਉਹਨਾਂ ਨੂੰ ਹੀ ਜਪੀਆਂ ਪਾਈ ਜਾਣਗੇ। ਰੱਬ ਦੀ ਗੱਲ ਹੀ ਨਹੀਂ ਕੋਈ, ਪਰਮਾਤਮਾ ਨੂੰ ਯਾਦ ਹੀ ਨਹੀਂ ਕਰਦੇ। ਜੇ ਪ੍ਰਸਾਦ ਬਸੈ ਸੁਖ ਮੰਦਰ ਤਿਸੈ ਧਿਆਏ ਸਦਾ ਮਨਿ ਅੰਦਰ। ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ, ਆਠ ਪੈਰ ਸਿਮਰੋ ਤਿਸ ਰਸਨਾ। ਇਹ ਮਹਾਰਾਜ ਨੇ 6ਵੀਂ ਅਸ਼ਟਪਦੀ ਵਿੱਚ ਪ੍ਰਭੂ ਦੇ ਪਰਉਪਕਾਰ ਇਸ ਲਈ ਯਾਦ ਕਰਾਏ ਨੇ। ਜਿਸਨੋ ਨਦਰ ਕਰੇ ਸੋਈ ਜਨ ਲਿਖੈ। ਜਿਸ ਉੱਪਰ ਆਪਣੀ ਕਿਰਪਾ ਦ੍ਰਿਸ਼ਟੀ ਕਰਦਾ ਹੈ ਉਹੀ ਪੁਰਖ
ਪ੍ਰਵਾਨਗੀ ਵਿੱਚ ਪੈਂਦਾ ਹੈ। ਕਿਰਪਾ ਦ੍ਰਿਸ਼ਟੀ ਤਾਂ ਸਾਰਿਆਂ ਦੇ ਉੱਪਰ ਹੀ ਹੈ। ਮਹਾਰਾਜ ਦਾ ਬਚਨ ਹੈ, ਸਭਨਾ ਉੱਪਰ ਨਦਰ ਹੈ ਤੇਰੀ, ਕਿਸੇ ਥੋੜੀ ਕਿਸੇ ਹੈ ਕਨੇਰੀ। ਜੇ ਤੇ ਥੋੜੀ ਹੈ ਉਹ ਥੋੜਾ ਦੂਰ ਹੈ, ਜਿਹਦੇ ਤੇ ਬਹੁਤੀ ਹੈ ਉਹ ਨੇੜੇ ਹੋ ਜਾਂਦਾ। ਇਸ ਲਈ ਮਹਾਰਾਜ ਦੀ ਨਿਗਾਹ ਸਾਡੇ ਸਾਰਿਆਂ ਦੇ ਹੈ। ਅਰਦਾਸ ਕਰਨੀ ਚਾਹੀਦੀ ਹੈ ਕਿ ਕਿਰਪਾ ਕਰੋ ਜੀ, ਸਾਡੀ ਕਰਨੀ ਕਮਾਈ ਆਪਦੀ ਲੇਖੇ ਵਿੱਚ ਪੈ ਜਾਵੇ। ਗੁਰਮੁਖ ਗਿਆਨ ਤਿਸ ਸਭ ਕਿਛ ਸੂਝੈ, ਕਿਉਂਕਿ ਸੇਵਕ ਸਿਖ ਬੂਝਨ ਸਭ ਆਵੇ ਹੈ, ਸਭ ਗਾਵੇ ਹਰ ਹਰ ਉਤਮ ਬਾਣੀ। ਗਾਵਿਆ ਸੁਣਿਆ ਤਿਨ ਕਾ ਹਰ ਥਾਈ ਬਾਵੇ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਗੱਲ ਤਾਂ ਥਾਈ ਪੈਣ ਦੀ ਹੈ। ਮਹਾਰਾਜ ਕਿਰਪਾ ਕਰਕੇ ਪ੍ਰਵਾਨਗੀ ਵਿੱਚ ਪੈ ਜਾਵੇ। ਜਿਸ ਮਨੁੱਖ ਨੂੰ ਮੁਖੀ ਗੁਰਾਂ ਦੁਆਰਾ ਗਿਆਨ ਪ੍ਰਾਪਤ ਹੋਇਆ ਹੈ, ਉਸ ਨੂੰ ਭਲਾ ਬੁਰਾ ਸਾਰਾ ਕੁਝ ਸੁਝ ਆਉਂਦਾ ਦਿਸ ਆਉਂਦਾ ਹੈ, ਜਾਂ ਸਭ ਕੁਝ ਬ੍ਰਹਮ ਰੂਪ ਹੀ ਦਿਸ ਆਉਂਦਾ ਹੈ। ਗਿਆਨੀ ਅੰਧ ਕਮਾਈ ਹੈ, ਅਤੇ ਗਿਆਨ ਤੋਂ ਰਹਿਤ ਪੁਰਖ ਅਗਿਆਨਦਾਈ ਵਾਲੇ ਕਰਮਾਂ ਦੀ ਕਮਾਈ ਕਰਦਾ ਰਹਿੰਦਾ ਹੈ। ਮਨਮੁਖ ਸਹਸਾ ਬੂਝ ਨਾ ਪਾਈ, ਮਨਮੁਖ ਪੁਰਖ ਨੂੰ ਹਰ ਵੇਲੇ ਪਰਮਾਨਗਤ ਸੰਸਾ ਪਰਮੇਗਤ ਸੰਸਾ ਆਦਿਕ ਬਣਿਆ ਰਹਿੰਦਾ ਹੈ, ਜਿਸ ਕਰਕੇ ਉਸਨੇ ਆਪਣੇ ਸਰੂਪ ਦੀ ਸੋਝੀ ਨਹੀਂ ਪਾਈ। ਮਰ ਮਰ ਜੰਮੈ ਜਨਮ ਗਵਾਈ, ਉਹ ਮੌਤ ਦਾ ਮਾਇਆ ਮਾਰਿਆ ਹੋਇਆ ਮਰ ਮਰ ਕੇ ਜੰਮਦਾ ਰਹਿੰਦਾ ਹੈ। ਉਹ ਆਪਣਾ ਅਮੋਲਕ ਮਨੁੱਖਾ ਜਨਮ ਵੀ ਵਿਅਰਥ ਗਵਾ ਲੈਂਦਾ ਹੈ। ਗੁਰਮੁਖ ਨਾਮ ਰਤੇ ਸੁਖ ਪਾਇਆ, ਜੋ ਗੁਰਮੁਖ ਜਨ ਪਰਮੇਸ਼ਰ ਦੇ ਨਾਮ ਦੇ ਵਿੱਚ ਰੰਗੇ ਹੋਏ ਨੇ, ਉਹਨਾਂ ਨੇ ਆਤਮਿਕ ਸੁਖ ਪਾਇਆ ਹੈ। ਜੀ ਸਾਚ ਸਮਾਈ ਹੈ, ਸੁਤੇ ਸਿਧੀ ਹੀ ਉਹਨਾਂ ਦੀ ਬਿਰਤੀ ਸੱਚ ਸਰੂਪ ਦੇ ਵਿੱਚ ਸਮਾਈ ਹੈ, ਲੀਨ ਹੋਈ ਹੈ। ਤੰਦੈ ਧਾਵਤ ਮਨ ਭਇਆ ਮਨੂਰਾ, ਮਾਇਆ ਦੇ ਧੰਦਿਆਂ ਦੇ ਵਿੱਚ ਮਨਮੁਖਾਂ ਦਾ ਮਨ ਪਾਪਾਂ ਰੂਪੀ ਨਿਕੰਮਾ ਲੋਹਾ ਹੋਇਆ ਪਿਆ ਹੈ। ਫਿਰ ਹੋਵੈ ਕੰਚਨ ਭੇਟੈ ਗੁਰ ਸੂਰਾ, ਭਇਆ ਮਨੂਰ ਕੰਚਨ ਫਿਰ ਹੋਵੇ, ਜੇ ਗੁਰ ਮਿਲੇ ਤਨੀਹਾ। ਏਕ ਨਾਮ ਅੰਮ੍ਰਿਤ ਉਹ ਦੇਵੈ, ਤਉ ਨਾਨਕ ਤ੍ਰਿਸ਼ਟਸ ਦੇਹਾ। ਜੇਕਰ ਪੂਰਾ ਗੁਰੂ ਮਿਲ ਪਵੇ ਤਾਂ ਫਿਰ ਸੋਨੇ ਦੀ ਤਰ੍ਹਾਂ ਸ਼ੁੱਧ ਚਿੱਤ ਵਾਲਾ ਹੋ ਜਾਂਦਾ ਹੈ, ਜਾਂ ਸੋਨੇ ਦੀ ਨਿਆਈ ਸ਼ੁੱਧ ਸਰੂਪ ਬ੍ਰਹਮ ਦਾ ਰੂਪ ਹੋ ਜਾਂਦਾ ਹੈ। ਆਪੇ ਬਖਸ਼ ਲਾਈ ਸੁਖ ਪਾਈ, ਜਿਸ ਨੂੰ ਪਰਮਾਤਮਾ ਆਪ ਬਖਸ਼ ਲੈਂਦਾ ਹੈ, ਉਹ ਆਤਮਕ ਆਨੰਦ ਪਾ ਲੈਂਦਾ ਹੈ। ਪੂਰਾ ਸ਼ਬਦ ਮਿਲਾਈ ਹੈ, ਫਿਰ ਉਸ ਕੋਲੋਂ ਪੂਰਨ ਗੁਰੂ ਸਾਹਿਬ ਜੀ ਦੇ ਉਪਦੇਸ਼ ਦੀ ਕਮਾਈ ਕਰਵਾ ਕੇ ਆਪਣੇ ਸਰੂਪ ਦੇ ਵਿੱਚ ਮੇਲ ਲੈਂਦਾ ਹੈ। ਗੁਰਮਤਿ ਝੂਠੀ ਬੁਰੀ ਬੁਰਿਆਰ, ਖੋਟੀ ਮਤ ਵਾਲੀ ਜੀਵ ਰੂਪ ਇਸਤਰੀ ਝੂਠੀ ਅਤੇ ਬੁਰੀ, ਬੁਰੀਆਂ ਦੋਵੇਂ ਬੁਰੀ ਹੈ, ਜਾਂ ਬੁਰੀ ਸੰਗਤ ਕਰਕੇ ਬੁਰੀ ਹੋ ਰਹੀ ਹੈ, ਜਾਂ ਇਸ ਲੋਕ ਦੇ ਵਿੱਚ ਵੀ ਬੁਰੀ ਹੈ ਅਤੇ ਪਰਲੋਕ ਵਿੱਚ ਵੀ ਬੁਰੀ ਹੈ। ਔਗਣ ਯਾਰੀ ਔਗਣ ਯਾਰ, ਉਸ ਦੀ ਗੁਨਾਹਾਂ ਨੂੰ ਕਰਨ ਵਾਲੀ ਬਿਰਤੀ ਨੇ ਉਸ ਨੂੰ ਗੁਨਾਹਾਂ ਦੇ ਕਰਨ ਵਾਲੀ ਬਣਾ ਦਿੱਤਾ ਹੈ। ਕੱਚੀ ਮਦ ਫੀਕਾ ਮੁਖ ਬੋਲੇ, ਉਸ ਦੀ ਬੁੱਧੀ ਕੱਚੇ ਵਿਸ਼ਿਆਂ ਵਾਲੀ ਹੈ। ਉਹ ਮੂੰਹੋਂ ਵੀ ਬੇਰਸੀ ਦੇ ਬਚਨ ਬੋਲਦੀ ਹੈ। ਗੁਰਮਤਿ ਨਾਮ ਨ ਪਾਈ ਹੈ, ਖੋਟੀ ਮਤ ਕਰਕੇ ਉਹ ਪਰਮੇਸ਼ਰ ਦੇ ਨਾਮ ਨੂੰ ਨਹੀਂ ਪਾ ਸਕਦੀ ਹੈ। ਔਗਣ ਯਾਰੀ ਕਾਂਤ ਨ ਭਾਵੈ, ਗੁਨਾਹਾਂ ਨਾਲ ਭਰੀ ਹੋਈ ਜੀਵ ਰੂਪ ਇਸਤਰੀ
ਪਤੀ ਪਰਮੇਸ਼ਰ ਨੂੰ ਚੰਗੀ ਨਹੀਂ ਲੱਗਦੀ ਹੈ। ਮਨ ਕੀ ਝੂਠੀ ਝੂਠ ਕਮਾਵੈ। ਉਹ ਮਨ ਦੀ ਵੀ ਅਪਵਿੱਤਰ ਹੈ ਅਤੇ ਸਰੀਰ ਕਰਕੇ ਵੀ ਅਪਵਿੱਤਰਤਾ ਵਾਲੇ ਕਰਮ ਕਮਾਉਂਦੀ ਹੈ। ਕਾ ਸਾਉ ਨਾ ਜਾਣੈ ਮੂਰਖ। ਉਹ ਬੇਸਮਝ ਜੀਵ ਰੂਪ ਇਸਤਰੀ ਪਤੀ ਅਕਾਲ ਪੁਰਖ ਦਾ ਆਨੰਦ ਨਹੀਂ ਜਾਣਦੀ। ਬਿਨ ਗੁਰ ਬੂਝ ਨਾ ਪਾਈ ਹੈ। ਗੁਰਾਂ ਤੋਂ ਬਿਨਾਂ ਕਿਸੇ ਨੇ ਵੀ ਆਤਮਿਕ ਜੀਵਨ ਦੀ ਸਿੱਖਿਆ ਪ੍ਰਾਪਤ ਨਹੀਂ ਕੀਤੀ। ਦੁਰਮਤ ਖੋਟੀ ਖੋਟ ਕਮਾਵੈ। ਮੂਰਖਤਾ ਵਾਲੀ ਜੀਵ ਰੂਪ ਇਸਤਰੀ ਬੁਰੇ ਆਚਰਨ ਵਾਲੀ ਹੈ। ਉਹ ਦੋਸ਼ ਖੋਟਤਾਈ ਵਾਲੀ ਕੰਮਾਂ ਨੂੰ ਹੀ ਕਮਾਉਂਦੀ ਹੈ। ਸੀਗਾਰ ਕਰੇ ਫਿਰ ਖਸਮ ਨਾ ਪਾਵੈ। ਬਾਹਰੋਂ ਸਾਧਨਾ ਰੂਪੀ ਸ਼ਿੰਗਾਰ ਵੀ ਕਰਦੀ ਹੈ ਪਰ ਪਤੀ ਅਕਾਲ ਪੁਰਖ ਨੂੰ ਭਾਉਂਦੀ ਨਹੀਂ ਹੈ। ਗੁਣਵੰਤੀ ਸਦਾ ਫਿਰ ਰਾਵੈ। ਗੁਣਾਂ ਵਾਲੀ ਗੁਰਮੁਖ ਜੀਵ ਰੂਪ ਇਸਤਰੀ ਹਮੇਸ਼ਾ ਪਤੀ ਅਕਾਲ ਪੁਰਖ ਦੇ ਆਨੰਦ ਨੂੰ ਮਾਣਦੀ ਹੈ। ਸਤਿਗੁਰ ਮੇਲ ਮਿਲਾਈ। ਸਤਿਗੁਰਾਂ ਨੇ ਉਸ ਦੀ ਬਿਰਤੀ ਉਸ ਦੀ ਬੁੱਧੀ ਆਪ ਦੇ ਮੇਲ ਵਿੱਚ ਮਿਲਾ ਲਈ ਹੈ। ਆਪੇ ਹੁਕਮ ਕਰੇ ਸਭ ਵਿਖੈ। ਪਰਮੇਸ਼ਰ ਆਪ ਹੀ ਆਪਣੇ ਹੁਕਮ ਦੇ ਵਿੱਚ ਸਾਰੇ ਜਗਤ ਨੂੰ ਰਚਨਾ ਕਰਦਾ ਹੈ ਅਤੇ ਆਪ ਹੀ ਸਾਰੇ ਜੀਵਾਂ ਦੇ ਕਰਮਾਂ ਨੂੰ ਵੇਖਣਾ ਕਰਦਾ ਹੈ। ਕਿੰਨਾ ਬਖਸ਼ ਲਾਏ ਧੁਰ ਲਿਖੈ। ਧੁਰ ਦਰਗਾਹੋਂ ਲਿਖੇ ਹੋਏ ਲੇਖਾਂ ਅਨੁਸਾਰ ਇੱਕ ਨਾ ਗੁਰਮੁਖ ਜਨਾਂ ਨੂੰ ਬਖਸ਼ ਲੈਂਦਾ ਹੈ। ਜਿਹਨੂੰ ਬਖਸ਼ ਲੈਂਦਾ ਹੈ ਉਹਦੇ ਕੋਲੋਂ ਕੀ ਕਰਾਉਂਦਾ ਹੈ? ਆ ਕੰਮ ਜਿਸ ਨੂੰ ਬਖਸ਼ ਲੈ ਹੈ ਮੇਰੇ ਪਿਆਰੇ ਸੋ ਜਸ ਤੇਰਾ ਗਾਵੇ। ਸੋ ਹੇ ਵਾਹਿਗੁਰੂ ਜਿਸ ਨੂੰ ਤੂੰ ਬਖਸ਼ ਲੈਂਦਾ ਮੇਰੇ ਪਿਆਰੇ ਉਹੀ ਤੇਰਾ ਜਸ ਗਾ ਸਕਦਾ ਹੈ। ਮਤਲਬ ਜੇ ਮਹਾਰਾਜ ਨੇ ਸਾਨੂੰ ਟਾਈਮ ਦਿੱਤਾ ਕਥਾ ਦਾ ਜਾਂ ਕੀਰਤਨ ਦਾ ਸਮਝ ਲਓ ਕਿ ਬਹੁਤਾ ਨਹੀਂ ਤਾਂ 1 ਘੰਟੇ ਲਈ ਸਾਨੂੰ ਬਖਸ਼ ਲਿਆ ਹੈ। ਦਿਨ ਨਾਮ ਰਤੇ ਸੱਚ ਪਾਇਆ। ਜੋ ਰਾਤ ਦਿਨ ਪਰਮੇਸ਼ਰ ਦੇ ਨਾਮ ਦੇ ਵਿੱਚ ਰੰਗੇ ਰਹਿੰਦੇ ਨੇ ਉਹਨਾਂ ਨੇ ਸੱਚ ਸਰੂਪ ਨੂੰ ਪਾਇਆ ਹੈ। ਆਪੇ ਮੇਲ ਮਿਲਾਈ ਹੈ। ਪਰਮੇਸ਼ਰ ਨੇ ਆਪ ਹੀ ਉਹਨਾਂ ਨੂੰ ਗੁਰਾਂ ਦੇ ਮੇਲ ਵਿੱਚ ਮਿਲਾ ਕੇ ਆਪਣੇ ਸਰੂਪ ਨਾਲ ਮਿਲਾਉਣਾ ਕੀਤਾ ਹੈ। ਮੈਂ ਧਾਤ ਮੋਹ ਰਸ ਲਾਈ। ਮਾਇਆ ਜੀਵਾਂ ਨੂੰ ਦੇਹ ਦੀ ਹੰਗਤਾ ਸੰਬੰਧੀ ਆਦਿਕ ਦੇ ਮੋਹ ਅਤੇ ਸ਼ਬਦ ਸਪਰਸ਼ ਆਦਿਕ ਰਸਾਂ ਗਸਾਂ ਵਿੱਚ ਲਾਈ ਰੱਖਦੀ ਹੈ। ਇਹਨੂੰ ਹੀ ਤਾਂ ਮਾਇਆ ਕਹਿੰਦੇ ਨੇ। ਮਨ ਉਧਰ ਨੂੰ ਭੱਜ ਜਾਂਦਾ ਹੈ ਚੰਗੇ ਪਾਸੇ ਵੱਲ ਲਾਇਆ ਵੀ ਨਹੀਂ ਲੱਗਦਾ। ਇਸੇ ਪ੍ਰਕਾਰ ਮੈਂ ਧਾਤ ਮੋਹ ਰਸ ਲਾਈ। ਹਉਮੈ ਵਾਲੇ ਪੁਰਸ਼ ਜੂਨਾਂ ਵਿੱਚ ਧਾਉਂਦੇ ਰਹਿੰਦੇ ਨੇ। ਸਰੀਰਾਂ ਨਾਲ ਮੋਹ ਹੋਣ ਕਰਕੇ ਉਹਨਾਂ ਦੀ ਬਿਰਤੀ ਰਸਾਂ ਗਸਾਂ ਵਿੱਚ ਲੱਗੀ ਰਹਿੰਦੀ ਹੈ। ਗੁਰਮੁਖ ਲਿਵ ਸਾਚੀ ਸਹਿਜ ਸਮਾਈ। ਗੁਰਮੁਖ ਜਨਾਂ ਦੀ ਸੱਚੀ ਬਿਰਤੀ ਹੈ ਕਿਉਂਕਿ ਉਹ ਸੁਤੇ ਸਿੱਧ ਹੀ ਜਾਂ ਸਹਿਜ ਸਰੂਪ ਦੇ ਵਿੱਚ ਵਾਹਿਗੁਰੂ ਦੇ ਸਰੂਪ ਦੇ ਵਿੱਚ ਮਿਲੀ ਰਹਿੰਦੀ ਹੈ। ਆਪੇ ਮਿਲੈ ਆਪੇ ਕਰ ਵਿਖੈ। ਹਰੀ ਆਪ ਹੀ ਗੁਰਾਂ ਨਾਲ ਮਿਲਦਾ ਹੈ। ਆਪ ਹੀ ਜਗਿਆਸੂ ਰੂਪ ਹੋ ਕੇ ਸਾਧਨਾ ਨੂੰ ਕਰਕੇ ਆਪਣੇ ਸਰੂਪ ਨੂੰ ਵੇਖਦਾ ਹੈ। ਬਿਨ ਸਤਿਗੁਰ ਬੂਝ ਨਾ ਪਾਈ ਹੈ। ਪਰ ਇਹ ਸਮਝ ਸਤਿਗੁਰਾਂ ਤੋਂ ਬਿਨਾ ਨਹੀਂ ਪਾਈ ਜਾਂਦੀ। ਇੱਕ ਸ਼ਬਦ ਵਿਚਾਰ ਸਦਾ ਜਨ ਜਾਗੇ। ਇੱਕ ਗੁਰਮੁਖ ਜਨ ਗੁਰਾਂ ਦੇ ਉਪਦੇਸ਼ ਨੂੰ ਵਿਚਾਰ ਕੇ ਹਮੇਸ਼ਾ
ਗਿਆਨ ਅਵਸਥਾ ਵਿੱਚ ਜਾਗਦੇ ਹਨ। ਇਕ ਮਾਇਆ ਮੋਹੇ ਸੋਏ ਰਹੇ ਅਭਾਗੇ। ਇੱਕ ਭਾਗਾਂ ਤੋਂ ਹੀਰੇ ਮਨਮੁਖ ਪੁਰਖ ਮਾਇਆ ਦੇ ਮੋਹ ਵਿੱਚ ਸੁੱਤੇ ਰਹਿੰਦੇ ਨੇ। ਆਪੇ ਕਰੇ ਕਰਾਏ ਆਪੇ। ਪਰਮੇਸ਼ਰ ਆਪ ਹੀ ਜਗਿਆਸੂ ਰੂਪ ਹੋ ਕੇ ਨਾਮ ਸਿਮਰਨ ਦਾ ਅਭਿਆਸ ਕਰਦਾ ਹੈ। ਆਪ ਹੀ ਗੁਰੂ ਰੂਪ ਹੋ ਕੇ ਨਾਮ ਸਿਮਰਨ ਕਰਾਉਂਦਾ ਹੈ। ਇਸੇ ਪ੍ਰਕਾਰ ਆਪੇ ਕਰੇ ਕਰਾਏ ਆਪੇ। ਆਪ ਹੀ ਜਗਤ ਨੂੰ ਪੈਦਾ ਕਰਦਾ ਹੈ। ਆਪ ਹੀ ਜੀਵਾਂ ਦੀ ਵਾਸ਼ਨਾ ਅਨੁਸਾਰ ਉਹਨਾਂ ਕੋਲੋਂ ਕਰਮ ਕਰਾਉਂਦਾ ਹੈ। ਹੋਰ ਕਰਨਾ ਕਿਛੂ ਨਾ ਜਾਈਏ। ਹੋਰ ਕਿਸੇ ਪਾਸੋਂ ਕੁਝ ਵੀ ਕੀਤਾ ਨਹੀਂ ਜਾ ਸਕਦਾ ਹੈ। ਤਾਲ ਮਾਰ ਗੁਰ ਸ਼ਬਦ ਨਿਵਾਰੀ। ਜੋ ਗੁਰਾਂ ਦੇ ਉਪਦੇਸ਼ ਦੀ ਕਮਾਈ ਕਰਕੇ ਮਾਰਨ ਵਾਲੇ ਕਾਲ ਦੇ ਭੈ ਨੂੰ ਨਿਵਰਤ ਕਰ ਦਿੰਦੇ ਹਨ। ਹਰ ਕਾ ਨਾਮ ਰਖੈ ਉਰ ਧਾਰੇ। ਉਹ ਹਰੀ ਪਰਮੇਸ਼ਰ ਦਾ ਨਾਮ ਸਦਾ ਆਪਣੇ ਹਿਰਦੇ ਵਿੱਚ ਧਾਰਨ ਕਰਕੇ ਰੱਖਦੇ ਹਨ। ਸਤਿਗੁਰ ਸੇਵਾ ਤੇ ਸੁਖ ਪਾਇਆ। ਉਹਨਾਂ ਨੇ ਸਤਿਗੁਰਾਂ ਦੀ ਸੇਵਾ ਟਹਿਲ ਕਰਨ ਤੋਂ ਹੀ ਆਤਮਿਕ ਸੁਖ ਪਾਇਆ ਹਰ ਹੈ। ਕੈ ਨਾਮ ਸਮਾਈ ਹੈ। ਉਹਨਾਂ ਦੇ ਚਿੱਤ ਦੀ ਬਿਰਤੀ ਹਰੀ ਪਰਮੇਸ਼ਰ ਦੇ ਨਾਮ ਦੇ ਵਿੱਚ ਲੀਨ ਹੋਈ ਰਹਿੰਦੀ ਹੈ। ਜੈ ਭਾਏ ਫਿਰੈ ਦੀਵਾਨੀ। ਦਵੈਤ ਭਾਵ ਦੇ ਵਿੱਚ ਲੱਗੀ ਹੋਈ ਸ੍ਰਿਸ਼ਟੀ ਕਮਲੀ ਹੋਈ ਫਿਰਦੀ ਹੈ। ਕਮਲਿਆ ਸੰਤਾਂ ਨੂੰ ਸਮਝਦੀ ਹੈ ਵੀ ਇਹ ਕਮਲੇ ਨੇ। ਕਮਲੀ ਆਪ ਹੈ ਦੁਨੀਆ। ਬਿਨ ਨਾਮ ਜਗ ਕਮਲਾ ਫਿਰੈ। ਗੁਰਮੁਖ ਨਦਰੀ ਆਇਆ। ਤੀਜੇ ਪਾਤਸ਼ਾਹ ਦੇ ਹੀ ਬਚਨ ਨੇ। ਮਾਇਆ ਮੋਹੇ ਦੁਖ ਮਾਹੀ ਸਮਾਨੀ। ਮਾਇਆ ਦੇ ਮੋਹ ਕਰਕੇ ਕਸ਼ਟ ਵਿੱਚ ਹੀ ਸ੍ਰਿਸ਼ਟੀ ਸਮਾਈ ਰਹਿੰਦੀ ਹੈ। ਬਹੁਤੇ ਭੇਖ ਕਰੈ ਨਹਿ ਪਾਈ। ਜੋ ਬਹੁਤੇ ਭੇਖ ਕਰਦੇ ਨੇ ਉਹ ਪਰਮੇਸ਼ਰ ਦੇ ਸਰੂਪ ਨੂੰ ਨਹੀਂ ਪਾ ਸਕਦੇ। ਭੇਖ ਦਿਖਾਏ ਜਗਤ ਕੋ ਲੋਗਨ ਕੋ ਬਸਕੀਨ। ਅੰਤਕਾਲ ਕਾਤੀ ਕਟਿਓ ਬਾਸ ਨਰਕ ਮੋਲੀਨ। ਸ੍ਰੀ ਅਕਾਲ ਉਸਤਤ ਦਸਮ ਗ੍ਰੰਥ। ਕਾਤੀ ਨਾਮ ਹੈ ਛੁਰੀ ਦਾ। ਉਹ ਨਰਕਾਂ 'ਚ ਵਾਸਾ ਪਾਉਣਗੇ। ਕਾਲ ਦੀ ਛੁਰੀ ਨਾਲ ਕੱਟੇ ਜਾਣਗੇ ਜਿਹੜੇ ਭੇਖ ਵਿਖਾ ਕੇ ਜਗਤ ਨੂੰ ਠੱਗਦੇ ਨੇ। ਬਿਨ ਸਤਿਗੁਰ ਸੁਖ ਨਾ ਪਾਈ ਹੈ। ਸਤਿਗੁਰਾਂ ਨੂੰ ਧਾਰਨ ਕੀਤੇ ਤੋਂ ਬਿਨਾ ਸ੍ਰਿਸ਼ਟੀ ਸੁਖ ਦੀ ਪ੍ਰਾਪਤੀ ਨਹੀਂ ਕਰ ਸਕਦੀ ਹੈ। ਕਿਸਨੋ ਕਹੀਐ ਜਾ ਆਪ ਕਰਾਏ। ਹੇ ਭਾਈ ਕਿਸੇ ਨੂੰ ਭਲਾ ਕੀ ਆਖੀਏ ਜਦ ਪਰਮਾਤਮਾ ਆਪ ਹੀ ਉਹਨਾਂ ਦੀ ਵਾਸ਼ਨਾ ਦੇ ਅਨੁਸਾਰ ਕਰਮ ਕਰਾਉਂਦਾ ਹੈ। ਜਿਤ ਭਾਵੈ ਤਿਤ ਰਾਹੀ ਚਲਾਏ। ਜਿਸ ਪਾਸੇ ਵੱਲ ਪਾਉਂਦਾ ਹੈ ਉਸੇ ਰਸਤੇ ਉੱਪਰ ਹੀ ਜੀਵ ਚੱਲਦੇ ਹਨ। ਆਪੇ ਮਿਹਰਬਾਨ ਸੁਖ ਦਾਤਾ। ਪਰਮਾਤਮਾ ਆਪ ਹੀ ਮਿਹਰਬਾਨੀ ਕਰਨ ਵਾਲਾ ਅਤੇ ਸੁੱਖਾਂ ਦੇ ਦੇਣ ਵਾਲਾ ਦਾਤਾ ਹੈ। ਜੋ ਭਾਵੈ ਤਿਵੈ ਚਲਾਈ। ਜਿਵੇਂ ਉਸ ਨੂੰ ਪਾਉਂਦਾ ਹੈ ਉਵੇਂ ਹੀ ਸਾਰੀ ਸ੍ਰਿਸ਼ਟੀ ਤੋਰਨਾ ਕਰਦਾ ਹੈ। ਆਪੇ ਕਰਤਾ ਆਪੇ ਭੁਗਤਾ। ਪਰਮਾਤਮਾ ਆਪ ਹੀ ਸਾਰੀ ਸ੍ਰਿਸ਼ਟੀ ਦਾ ਰਚਨਹਾਰ ਹੈ। ਆਪ ਹੀ ਜੀਵਾਂ ਵਿੱਚ ਬੈਠ ਕੇ ਪਦਾਰਥਾਂ ਦੇ ਭੋਗਣ ਵਾਲਾ ਹੈ। ਇਸੇ ਪ੍ਰਕਾਰ ਆਪੇ ਕਰਤਾ ਆਪੇ ਭੁਗਤਾ। ਆਪ ਹੀ ਕਰਤਾ ਈਸ਼ਰ ਰੂਪ ਹੈ। ਆਪ ਹੀ ਭੁਗਤਾ ਭਾਵ ਜੀਵ ਰੂਪ ਹੈ। ਆਪੇ ਸੰਜਮ ਆਪੇ ਜੁਗਤਾ। ਆਪ ਹੀ ਇੰਦਰੀਆਂ ਦਾ ਦਮਨ ਕਰਕੇ ਨਿਰਲੇਪ ਰਹਿਣ ਵਾਲਾ ਹੈ। ਆਪ ਹੀ ਸਭ ਵਿੱਚ ਜੁੜਿਆ ਮਿਲਿਆ ਹੋਇਆ ਹੈ। ਜਾਂ ਆਪ ਹੀ ਸੰਦਰੂਪ ਹੋ ਕੇ ਆਪਣੇ ਸਰੂਪ ਦੇ ਵਿੱਚ ਜੁੜਿਆ ਹੋਇਆ ਹੈ। ਆਪੇ ਨਿਰਮਲ ਮਿਹਰਬਾਨ ਮਧਸੂਦਨ। ਪ੍ਰਭੂ
ਆਪ ਹੀ ਮਾਇਆ ਦੀ ਮੈਲ ਤੋਂ ਰਹਿਤ ਉਜਲ ਸਰੂਪ ਕਿਰਪਾ ਕਰਨ ਵਾਲਾ ਹੰਕਾਰ ਰੂਪੀ ਮਧੂ ਦੇ ਅੰਦਰੋਂ ਕੱਟਣ ਵਾਲਾ ਹੈ। ਜਿਸ ਦਾ ਹੁਕਮ ਨਾ ਮਿਟਿਆ ਜਾਈ ਹੈ। ਜਿਸ ਪ੍ਰਭੂ ਦਾ ਹੁਕਮ ਕਦੇ ਵੀ ਮਿਟਿਆ ਨਹੀਂ ਜਾਂਦਾ ਹੈ। ਸੇ ਵਡ ਭਾਗੀ ਜਿਨੀ ਏਕੋ ਜਾਤਾ। ਹੇ ਭਾਈ, ਉਹ ਪੁਰਖ ਵੱਡੇ ਭਾਗਾਂ ਵਾਲੇ ਨੇ ਜਿਨ੍ਹਾਂ ਨੇ ਅਦਵੈਤ ਸਰੂਪ ਪਰਮਾਤਮਾ ਨੂੰ ਸਾਰਿਆਂ ਦੇ ਅੰਦਰ ਵਿਆਪਕ ਜਾਣ ਲਿਆ ਹੈ ਅਤੇ ਇਹ ਵੀ ਨਿਸ਼ਚੈ ਕੀਤਾ ਹੈ ਕਿ ਘਟ ਘਟ ਵਸ ਰਹਿਆ ਜਗ ਜੀਵਨ ਦਾਤਾ। ਉਹ ਵਾਹਿਗੁਰੂ ਸਾਰੇ ਜਗਤ ਦਾ ਜੀਵਨ ਰੂਪ ਅਤੇ ਦਾਤਾਰ ਪ੍ਰਭੂ ਚੌਹਾਂ ਖਾਣੀਆਂ ਦੇ ਘਟਾਂ ਗਣਾਂ ਵਿੱਚ ਵਸ ਰਿਹਾ ਹੈ। ਇਕ ਥੈ ਗੁਪਤ ਪ੍ਰਗਟ ਹੈ ਆਪੇ। ਇੱਕ ਮਨਮੁਖਾਂ ਦੇ ਹਿਰਦੇ ਰੂਪੀ ਥਾਂ ਅੰਦਰ ਆਪ ਹੀ ਲੁਕਿਆ ਹੋਇਆ ਹੈ ਅਤੇ ਇੱਕ ਗੁਰਮੁਖਾਂ ਦੇ ਅੰਦਰ ਪ੍ਰਤੱਖ ਰੂਪ ਦੇ ਵਿੱਚ ਵਸ ਰਿਹਾ ਹੈ। ਇਸੇ ਪ੍ਰਕਾਰ ਹੈ ਗੁਪਤ ਪ੍ਰਗਟ ਹੈ ਆਪੇ। ਨਿਰਗੁਣ ਸਰੂਪ ਦੇ ਵਿੱਚ ਗੁਪਤ ਅਤੇ ਸਰਗੁਣ ਸਰੂਪ ਦੇ ਵਿੱਚ ਆਪ ਹੀ ਪ੍ਰਗਟ ਹੋ ਰਿਹਾ ਹੈ। ਗੁਰਮੁਖ ਭ੍ਰਮ ਭਉ ਜਾਈ ਹੈ। ਗੁਰਮੁਖ ਜਨਾਂ ਨੇ ਗੁਰਾਂ ਦੁਆਰਾ ਹੀ ਜਾਣ ਲਿਆ ਹੈ, ਜਿਸ ਕਰਕੇ ਉਹਨਾਂ ਦੇ ਅੰਦਰੋਂ 5 ਪ੍ਰਕਾਰ ਦਾ ਭਰਮ ਅਤੇ 7 ਪ੍ਰਕਾਰ ਦਾ ਡਰ ਉਹ ਚਲਿਆ ਜਾਂਦਾ ਹੈ। ਗੁਰਮੁਖ ਹਰ ਜੀਉ ਏਕੋ ਜਾਤਾ। ਗੁਰਮੁਖ ਜਨਾਂ ਨੇ ਹਰੀ ਪਰਮੇਸ਼ਰ ਜੀ ਨੂੰ ਸਾਰਿਆਂ ਵਿੱਚ ਇੱਕ ਰੂਪ ਕਰਕੇ ਹੀ ਜਾਣਿਆ ਹੈ, ਜਾਂ ਗੁਰਮੁਖਾਂ ਨੇ ਹਰੀ ਅਤੇ ਜੀਵ ਨੂੰ ਇੱਕ ਸਰੂਪ ਕਰਕੇ ਜਾਣਿਆ ਹੈ। ਅੰਤਰ ਨਾਮ ਸ਼ਬਦ ਪਛਾਤਾ। ਉਹਨਾਂ ਦੇ ਹਿਰਦੇ ਅੰਦਰ ਪਰਮੇਸ਼ਰ ਦਾ ਨਾਮ ਵਸਿਆ ਹੋਇਆ ਹੈ, ਜਿਸ ਕਰਕੇ ਉਹਨਾਂ ਨੇ ਸ਼ਬਦ ਬ੍ਰਹਮ ਜਾਂ ਗੁਰਾਂ ਦੇ ਉਪਦੇਸ਼ ਦੁਆਰਾ ਆਪਣੇ ਸਰੂਪ ਨੂੰ ਪਹਿਚਾਨਣਾ ਕੀਤਾ ਹੈ। ਜਿਸ ਤੂ ਦੇ ਸੋਈ ਜਨ ਪਾਏ। ਇਹ ਪਰਮਾਤਮਾ ਜਿਸ ਨੂੰ ਤੂੰ ਆਪਣਾ ਅੰਮ੍ਰਿਤ ਨਾਮ ਦਿੰਦਾ ਹੈ, ਉਹੀ ਪੁਰਖ ਤੇਰੇ ਸਰੂਪ ਨੂੰ ਪਾਉਂਦਾ ਹੈ। ਨਾਨਕ ਨਾਮ ਵਡਾਈ ਹੈ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਨੇ ਕਿ ਤੇਰੇ ਨਾਮ ਦੇ ਵਿੱਚ ਜੁੜ ਕੇ ਹੀ ਲੋਕ ਪਰਲੋਕ ਦੇ ਵਿੱਚ ਸ਼ੋਭਾ ਪ੍ਰਾਪਤ ਹੁੰਦੀ ਹੈ। ਮਾਰੂ ਮਹਲਾ ਤੀਜਾ। ਮਾਰੂ ਰਾਗ ਦੇ ਵਿੱਚ ਤੀਜੇ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਸ਼ੋ ਪਾਵਨ ਫਰਮਾਨ ਕਰਦੇ ਨੇ। ਸੱਚ ਸਾਲਾਹੀ ਗਹਿਰ ਗੰਭੀਰਾ। ਇਹ ਭਾਈ, ਜੋ ਪਰਮਾਤਮਾ ਨਿਰਹਲ ਹੈ ਅਤੇ ਡੂੰਘਾ ਹੈ, ਜਾਂ ਗਹਿਰ ਗੰਭੀਰ ਹੈ, ਡੂੰਘੇ ਤੋਂ ਡੂੰਘਾ ਹੈ, ਤੋ ਉਸ ਦੇ ਸੱਚੇ ਨਾਮ ਨੂੰ ਸਲੋਣਾ ਕਰੀਏ। ਸਭ ਜਗ ਹੈ ਤਿਸਹੀ ਕੈ ਚੀਰਾ। ਇਹ ਸਾਰਾ ਸੰਸਾਰ ਉਸੇ ਦੇ ਹੀ ਹੁਕਮ ਦੇ ਵਿੱਚ ਹੱਦ ਵਿੱਚ ਹੈ, ਜਾਂ ਉਸ ਦੇ ਮਾਇਆ ਰੂਪੀ ਬਸਤਰ ਵਿੱਚ ਹੀ ਹੈ। ਸਭ ਘਟ ਭੋਗਵੈ ਸਦਾ ਦਿਨ ਰਾਤੀ। ਉਹ ਪਰਮਾਤਮਾ ਸਾਰੇ ਘਟਾਂ ਵਿੱਚ ਦਿਨ ਰਾਤ ਹਮੇਸ਼ਾ ਪਦਾਰਥਾਂ ਨੂੰ ਭੋਗ ਰਿਹਾ ਹੈ। ਆਪੇ ਸੁਖ ਨਿਵਾਸੀ ਹੈ। ਉਹ ਆਪ ਹੀ ਸੁੱਖਾਂ ਦੇ ਵਿੱਚ ਨਿਵਾਸ ਕਰਨੇ ਵਾਲਾ ਹੈ। ਸੱਚਾ ਸਾਹਿਬ ਸੱਚੀ ਨਾਈ। ਉਹ ਪਰਮਾਤਮਾ ਸੱਚਾ ਮਾਲਕ ਹੈ। ਉਸ ਦੀ ਮਹਿਮਾ, ਉਸ ਦੀ ਆਵਾਜ਼, ਉਸ ਦੀ ਵਡਿਆਈ ਵੀ ਸੱਚੀ ਹੈ। ਗੁਰ ਪ੍ਰਸਾਦੀ ਮਨ ਵਸਾਈ। ਉਸ ਨੂੰ ਸਤਿਗੁਰਾਂ ਦੀ ਕਿਰਪਾ ਕਰਕੇ ਹੀ ਹਿਰਦੇ ਵਿੱਚ ਵਸਾਈਦਾ ਹੈ।
ਆਪੇ ਆਏ ਵਸਿਆ ਘਟ ਅੰਤਰ। ਉਹ ਪਰਮਾਤਮਾ ਆਪ ਹੀ ਆ ਕੇ ਜਿਸ ਦੇ ਹਿਰਦੇ ਵਿੱਚ ਵਸ ਗਿਆ ਹੈ। ਟੂਟੀ ਜਮ ਕੀ ਫਾਸੀ ਹੈ। ਉਸ ਦੀ ਯਮਦੂਤਾਂ ਦੀ ਫਾਹੀ ਟੁੱਟ ਗਈ ਹੈ। ਕਿਸ ਸੇਵੀ ਤੈ ਕਿਸ ਸਾਲਾਹੀ। ਇਹ ਮਹਾਰਾਜ ਜੀ ਆਪ ਸਾਨੂੰ ਦੱਸੋ ਕਿ ਕਿਸ ਨੂੰ ਸੇਵਨਾ ਕਰੀਏ ਅਤੇ ਕਿਸ ਨੂੰ ਸਲਾਹੁਣਾ ਕਰੀਏ। ਤਾਂ ਗੁਰੂ ਸਾਹਿਬ ਜੀ ਸਾਨੂੰ ਸਮਝਾਉਂਦੇ ਨੇ, ਸਤਿਗੁਰ ਸੇਵੀ ਸ਼ਬਦ ਸਾਲਾਹੀ। ਇਹ ਭਾਈ ਸੱਚੇ ਸਤਿਗੁਰਾਂ ਨੂੰ ਹੀ ਸੇਵਨਾ ਕਰੋ ਅਥਵਾ ਸੱਚੇ ਸਤਿਗੁਰਾਂ ਦੀ ਹੀ ਸੇਵਾ ਕਰੋ ਅਤੇ ਗੁਰਾਂ ਦੇ ਉਪਦੇਸ਼ ਵਿੱਚ ਜੁੜ ਕੇ ਪ੍ਰਭੂ ਨੂੰ ਹੀ ਸਲਾਹੁਣਾ ਕਰੋ। ਸੱਚੇ ਸ਼ਬਦ ਸਦਾ ਮਤਿ ਊਤਮ। ਸੱਚੇ ਗੁਰਾਂ ਦੇ ਉਪਦੇਸ਼ ਦੀ ਕਮਾਈ ਕਰਕੇ ਹਮੇਸ਼ਾ ਬੁੱਧੀ ਸ੍ਰੇਸ਼ਟ ਹੋ ਜਾਂਦੀ ਹੈ ਅੰਤਰ ਕਮਲ ਪ੍ਰਗਾਸੀ ਹੈ। ਅਤੇ ਹਿਰਦਾ ਰੂਪੀ ਕਮਲ ਅੰਦਰੋਂ ਖਿੜਾਉਂਦਾ ਹੈ। ਦੇਹੀ ਕਾਚੀ ਕਾਗਦ ਮਿਕਦਾਰਾ। ਇਹ ਕਾਇਆ ਕੱਚੀ ਹੈ ਅਤੇ ਕਾਗਜ਼ ਵਾਂਗ ਗਲ ਜਾਣ ਵਾਲੀ ਹੈ। ਬੂੰਦ ਪਵੈ ਬਿਨ ਸੈ ਟਹਿਤ ਨ ਲਾਗੈ ਬਾਰਾ। ਇਹ ਕਾਇਆ ਰੋਗ ਰੂਪੀ ਬੂੰਦ ਪੈਣ ਦੇ ਨਾਲ ਹੀ ਨਾਸ਼ ਹੋ ਜਾਂਦੀ ਹੈ। ਇਸ ਨੂੰ ਢਹਿੰਦਿਆਂ ਦੇਰ ਨਹੀਂ ਲੱਗਦੀ। ਕੰਚਨ ਕਾਇਆ ਗੁਰਮੁਖ ਬੂਝੈ। ਸਾਧ ਸੰਗਤ ਜੀਓ ਉਸ ਦੀ ਦੇਹ ਸੋਨੇ ਵਰਗੀ ਸ਼ੁੱਧ ਹੋ ਜਾਂਦੀ ਹੈ। ਕਿਸ ਦੀ? ਜਿਹੜਾ ਮੁਖੀ ਗੁਰਾਂ ਦੁਆਰਾ ਆਪਣੇ ਸਰੂਪ ਨੂੰ ਬੁੱਝ ਲੈਂਦਾ ਹੈ। ਜਿਸ ਅੰਤਰ ਨਾਮ ਨਿਵਾਸੀ ਹੈ। ਜਿਸ ਦੇ ਹਿਰਦੇ ਵਿੱਚ ਪਰਮੇਸ਼ਰ ਦੇ ਨਾਮ ਦੀ ਪ੍ਰੀਤੀ ਵਸੀ ਹੈ। ਅੱਜ ਜੋ ਦਮਦਮੀ ਟਕਸਾਲ ਦੇ 13ਵੇਂ ਮੁਖੀ ਮਹਾਂਪੁਰਖ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ CMC ਹਸਪੀਟਲ ਲੁਧਿਆਣੇ ਜੋਤੀ ਜੋਤ ਸਮਾਏ ਸਨ। ਵਾਹਿਗੁਰੂ ਜੀ ਦੇ ਵਿੱਚ ਭੇਦ ਹੋਏ ਸਨ। ਉਹਨਾਂ ਤੋਂ ਪਹਿਲਾਂ ਮਹਾਂਪੁਰਖ ਦਮਦਮੀ ਟਕਸਾਲ ਦੇ 12ਵੇਂ ਮੁਖੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਾਈ ਭਾਨ ਸਿੰਘ ਦੇ ਚੁਬਾਰੇ ਮਹਿਤਾ ਸਾਹਿਬ ਵਿਖੇ ਜਿਸ ਵਕਤ ਸਾਧ ਸੰਗਤ ਜੀ 15 ਹਾੜ ਨੂੰ ਸਰੀਰ ਤਿਆਗ ਗਏ, ਉਸ ਵਕਤ ਮਹਾਂਪੁਰਖ ਬਾਬਾ ਠਾਕੁਰ ਸਿੰਘ ਸਾਹਿਬ ਜੀ ਖਾਲਸਾ ਜਿਨ੍ਹਾਂ ਨੇ ਮਹਾਂਪੁਰਖ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲਿਆਂ ਤੋਂ ਬਾਅਦ ਜੂਨ 84 ਤੋਂ ਲੈ ਕੇ 2004 ਈਸਵੀ ਦੇ ਦਸੰਬਰ ਮਹੀਨੇ ਤੱਕ ਪੂਰੇ ਵੇਖੋ 25 ਸਾਲ ਬਣਦੇ ਨੇ। ਮਹਾਂਪੁਰਖਾਂ ਨੇ ਪੂਰੀ ਤਨਦੇਹੀ ਦੇ ਨਾਲ ਨਿਸ਼ਕਾਮ ਜਥੇ ਸੰਗਤ ਦੀ ਸੇਵਾ ਕੀਤੀ। ਔਰ ਹੈਰਾਨੀ ਦੀ ਗੱਲ ਹੈ ਵੀ ਸਾਡੇ ਪੱਲੇ ਭਾਵੇਂ ਕੱਖ ਹੋਵੇ ਨਾ, ਪਰ ਅਸੀਂ ਕਹਿੰਦੇ ਹਾਂ ਵੀ ਸਾਨੂੰ ਪ੍ਰਧਾਨ ਬਣਾ ਦਿਓ, ਤੇ ਬਣਾਓ ਵੀ ਗੁਰਦੁਆਰੇ ਦਾ। ਦੱਸੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਿੱਡਾ ਵੱਡਾ ਹੈ, ਕਿੱਡਾ ਵੱਡਾ ਉਹਦਾ ਗੁਰਦੁਆਰਾ, ਕਿੰਨੀ ਸਾਧ ਸੰਗਤ। ਨਾ ਤਾਂ ਅਸੀਂ ਸ਼ਰਾਬ ਛੱਡੀਏ, ਨਾ ਕੇਸ ਦਾੜੀਆਂ ਰੱਖੀਏ, ਤੇ ਸ਼੍ਰੋਮਣੀ ਕਮੇਟੀ ਦੀ ਵੋਟ ਪਾਉਣ ਦਾ ਅਧਿਕਾਰ ਸਾਨੂੰ ਦੇ ਦਿਓ। ਦਾੜੀ ਕੱਟੀ ਹੋਈ ਹੈ, ਪ੍ਰਧਾਨ ਸਾਨੂੰ ਬਣਾ ਦਿਓ। ਕਿਉਂ? ਕਿਉਂਕਿ ਗੋਲਕ ਬਹੁਤ ਜ਼ਿਆਦਾ ਹੁੰਦੀ ਹੈ, ਮਤਲਬ ਧਿਆਨ ਮਾਇਆ ਵੱਲ। ਪਰ ਉਹ ਮਹਾਂਪੁਰਖ ਧੰਨ ਸੀਗੇ ਜਿਨ੍ਹਾਂ ਨੇ ਆਪਦੇ ਆਪ ਨੂੰ ਸਾਰੀ ਜ਼ਿੰਦਗੀ ਪ੍ਰਧਾਨ ਨਹੀਂ ਅਖਵਾਇਆ। ਕਿਉਂਕਿ ਮੈਂ ਗੁਟਕੇ ਛਾਪਦਾ ਰਿਹਾ, ਉਹਨਾਂ 22 ਆਰਡਰ ਸਖਤੀ ਨਾਲ ਆਖਿਆ ਹੋਇਆ ਸੀ ਵੀ ਮੈਨੂੰ ਮੁਖੀ ਦਮਦਮੀ ਟਕਸਾਲ ਨਹੀਂ ਲਿਖਣਾ, ਮੈਂ ਕੋਈ ਮੁੱਖ ਸੇਵਾਦਾਰ ਨਹੀਂ ਹਾਂ, ਮੈਨੂੰ ਦਾਸਨ ਦਾਸ ਲਿਖੋ। ਗੱਡੀਆਂ ਦੇ ਉੱਪਰ ਵੀ ਪਹਿਲੀ ਗੱਲ ਦਾ ਨਾਂ ਵੇਖ ਕੇ ਕਹਿ ਦਿੰਦੇ ਨਾਮ ਮੇੜ ਦਿਓ, ਤੇ ਜੇ ਲਿਖਦੇ ਕਹਿੰਦੇ ਦਾਸਨ ਦਾਸ ਲਿਖੋ। ਸੇਵਾ ਕੀਤੀ ਪਰ ਪ੍ਰਧਾਨ ਬਣ ਕੇ ਜਾਂ ਮੁਖੀ ਬਣ ਕੇ ਨਹੀਂ, ਦਾਸਨ ਦਾਸ। ਕਈ ਵਾਰ ਸਿੰਘਾਂ ਨੂੰ ਝਿੜਕਦੇ ਕਾਹਤੋਂ ਵੀ ਕਥਾ ਨਹੀਂ ਸੁਣਦੇ,
ਸੇਵਾ ਨਹੀਂ ਕਰਦੇ, ਆ ਭਾਂਡੇ ਪਏ ਹੋਏ ਨੇ। ਤੇ ਝਿੜਕਣ ਤੋਂ ਬਾਅਦ ਸਜ਼ਾ ਨਹੀਂ ਦਿੰਦੇ, ਕਹਿਣਾ ਵੀ ਜੇ ਮੇਰੇ ਆਖੇ ਨਹੀਂ ਲੱਗਣਾ ਤੇ ਮੈਂ ਆਪਦੇ ਘਰ ਨੂੰ ਜਾਂਦਾ। ਵੇਖੋ ਕਿੱਡੀ ਵਡਿਆਈ ਹੈ, ਮੈਂ ਹੈਰਾਨ ਹੋ ਜਾਣਾ। ਇਹ ਗੱਲ ਸੁਣਦਿਆਂ ਸਾਰੀ ਬੰਦਾ ਆਪਦੇ ਆਪ 'ਚ ਪਾਣੀਓ ਪਾਣੀ ਹੋ ਜਾਂਦਾ ਵੀ ਐਡੇ ਵੱਡੇ ਮਹਾਂਪੁਰਖ ਦੂਜੇ ਨੂੰ ਘਰ ਭਜਾਉਣ ਦੀ ਬਜਾਏ ਵੀ ਭੱਜ ਜਾਓ ਘਰ ਨੂੰ, ਬਿਲਕੁਲ ਨਹੀਂ। ਕਹਿਣਾ ਮੈਂ ਘਰ ਨੂੰ ਜਾਂਦਾ, ਵੀ ਫਿਰ ਮੇਰਾ ਰਹਿਣ ਦਾ ਕੀ ਫਾਇਦਾ ਜੀ ਮੇਰੇ ਆਖੇ ਨਹੀਂ ਲੱਗਣਾ। ਫਿਰ ਉਹਨਾਂ ਦੇ ਪੈਰ ਕੁੱਟਣੇ, ਹੱਥ ਜੋੜਨੇ ਵੀ ਨਹੀਂ ਆਖੇ ਲੱਗਾਂਗੇ ਜੀ। ਕਹਿੰਦੇ ਵੀ ਇਸ ਵਕਤ ਉੱਠਿਆ ਕਰੋ। ਕਹਿਣਾ ਉਠਾ ਦਿਓ, ਕਹਿੰਦੇ ਹਾਂ ਮੈਂ ਉਠਾਊਂਗਾ, ਪਰ ਮੇਰੇ ਆਖੇ ਲੱਗ ਕੇ ਉੱਠ ਜ਼ਰੂਰ ਪੈਣਾ। ਮੇਰੇ ਆਖੇ ਲੱਗ ਕੇ ਕਥਾ ਸੁਣਨੀ, ਮੈਂ ਕੀਰਤਨ ਸੁਣਿਆ, ਜਾਓ ਕਥਾ ਸੁਣੋ। ਜੇ ਕਹਿਣਾ ਨਹੀਂ ਮੰਨਣਾ ਤੇ ਫਿਰ ਮੇਰਾ ਇੱਥੇ ਰਹਿਣ ਦਾ ਫਾਇਦਾ ਨਹੀਂ। ਇਹ ਨਹੀਂ ਕਹਿਣਾ ਵੀ ਤੁਸੀਂ ਨਹੀਂ ਰਹਿਣਾ। ਮੈਂ ਬਹੁਤ ਹੈਰਾਨ ਹੁੰਦਾ, ਅੱਜ ਤੱਕ ਹਮੇਸ਼ਾ ਹੀ ਸੋਚਦਾ ਰਹਿੰਦਾ ਵੀ ਉਹਨਾਂ ਵਰਗੇ ਮਹਾਂਪੁਰਖ ਦੁਨੀਆ 'ਚ ਕਿਤੇ ਨਹੀਂ ਹਨ, ਜਿਹੜੇ ਨਿਮਰਤਾ ਦੇ ਵਿੱਚ ਸਾਰੀ ਉਮਰ ਸੇਵਾ ਨਿਭਾਉਂਦੇ ਰਹੇ। ਉਹਨਾਂ ਮਹਾਂਪੁਰਖਾਂ ਦੇ ਬਚਨ ਨੇ ਕਿ ਜਿਸ ਵਕਤ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਾਂ ਵਾਲੇ ਚੜ੍ਹਾਈ ਕਰਨ ਲੱਗੇ ਤਾਂ 1 ਸਕਿੰਟ ਜਾਂ 1 ਮਿੰਟ ਪਹਿਲਾਂ ਕਹਿੰਦੇ ਉਹਨਾਂ ਦੀ ਦੇਹ ਕੰਚਨ ਬਣ ਗਈ ਸੀ, ਸੋਨੇ ਵਰਗੀ ਬਣ ਗਈ। ਸੋ ਸੋਨਾ ਜਿਸ ਤਰ੍ਹਾਂ ਸ਼ੁੱਧ ਹੁੰਦਾ ਹੈ ਮੈਲ ਤੋਂ ਰਹਿਤ, ਇਸ ਤਰ੍ਹਾਂ ਮਹਾਂਪੁਰਖਾਂ ਦਾ ਜੀਵਨ ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲ ਮੈਂ ਕਮਲ ਅਲੇਪ, ਬ੍ਰਹਮ ਗਿਆਨੀ ਸਦਾ ਨਿਰਦੋਖ, ਜੈਸੇ ਸੂਰ ਸਰਬ ਕੋ ਸੋਖ, ਬ੍ਰਹਮ ਗਿਆਨੀ ਕੈ ਦ੍ਰਿਸ਼ਟ ਸਮਾਨ, ਜੈਸੇ ਰਾਜ ਰੰਗ ਕੋ ਲਾਗੇ ਤੁਲ ਪਵਾਨ। ਸਾਰੇ ਗੁਣ ਉਹਨਾਂ 'ਚ ਸਨ। ਤੇ ਚੜ੍ਹਾਈ ਕਰਨ ਤੋਂ ਕੁਝ ਮਿੰਟ ਪਹਿਲਾਂ ਮਹਾਂਪੁਰਖ ਬਾਬਾ ਠਾਕੁਰ ਸਿੰਘ ਜੀ ਗੜਵਈ ਸੀ, ਉਹਨਾਂ ਦੀ ਸੇਵਾ 'ਚ ਹਾਜ਼ਰ। ਕਹਿੰਦੇ ਮੈਂ ਵੇਖਿਆ ਵੀ ਉਹਨਾਂ ਦੀ ਸਰੀਰ ਦੀ ਜਿਹੜੀ ਦੇਹੀ ਸੀ ਸੋਨੇ ਵਰਗੀ ਬਣ ਗਈ। ਕੰਚਨ ਗਾਇਆ ਗੁਰਮੁਖ ਬੂਝੇ, ਜਿਹੜੀ ਗੁਰਮੁਖ ਦੀ ਦੇਹ ਹੈ, ਜਿਹਨੇ ਆਪਣੇ ਸਰੂਪ ਨੂੰ ਬੁੱਝ ਲਿਆ ਹੈ। ਦੇਹ ਤਾਂ ਭਾਵੇਂ 5 ਤੱਤਾਂ ਦੀ ਆਪਾਂ ਮਿੱਟੀ ਕਹਿੰਦੇ ਆ, ਤੇ ਪਰ ਉਹ ਦੇਹ ਵੀ ਸੋਨੇ ਵਰਗੀ ਸ਼ੁੱਧ ਹੋ ਜਾਂਦੀ ਹੈ, ਪਵਿੱਤਰ ਹੋ ਜਾਂਦੀ ਹੈ। ਜਿਵੇਂ ਗੁਰੂਆਂ ਬਾਬਤ ਬਚਨ ਆਉਂਦਾ ਹੈ, ਗੁਰ ਅੰਮ੍ਰਿਤ ਪਿੰਨੀ ਦੇ ਹੋਰੀ, ਅੰਮ੍ਰਿਤ ਬੁਰ ਕੇ ਰਾਮ ਰਾਜੇ। ਗੁਰਾਂ ਦੀ ਜਿਹੜੀ ਦੇਹ ਹੈ ਉਹ ਅੰਮ੍ਰਿਤ ਵਰਗੀ ਹੈ, ਕਿਉਂਕਿ ਉਹਦੇ ਵਿੱਚ ਵਾਹਿਗੁਰੂ ਦੀ ਜੋਤ 'ਚ ਵਸ ਰਹੀ ਹੈ, ਉਹਦੇ 'ਚ ਸੇਵਾ ਪਰਉਪਕਾਰ ਹੈ, ਉਹਦੇ ਵਿੱਚ ਬਾਣੀ ਨਿਕਲ ਰਹੀ ਹੈ ਉਹਦੇ 'ਚੋਂ। ਸੋ ਗੁਰੂ ਗ੍ਰੰਥ ਸਾਹਿਬ ਜੀ ਪ੍ਰਗਟ ਹੋ ਰਹੇ ਨੇ, ਇਸ ਵਾਸਤੇ ਉਹ ਦੇਹ ਵੀ ਪਵਿੱਤਰ ਹੈ। ਗੁਰਮੁਖ ਦਾ ਅਰਥ ਹੈ ਮੁਖੀ ਗੁਰੂ। ਮੁਖੀ ਗੁਰਾਂ ਦੀ ਜਿਹੜੀ ਦੇਹ ਹੈ ਉਹ ਪਵਿੱਤਰ ਹੈ। ਸੱਚਾ ਚੌਕਾ ਸੁਰਤ ਕੀ ਕਾਰਾ। ਅੱਧੀ ਪੰਕਤੀ ਸ਼ਾਇਦ ਰਹਿ ਗਈ ਹੈ। ਜਿਸ ਅੰਤਰ ਨਾਮ ਹੋ ਗਈ, ਜਿਸੇ ਅੰਤਰ ਨਾਮ ਨਿਵਾਸੀ ਹੈ। ਜਿਸ ਦੇ ਹਿਰਦੇ ਵਿੱਚ ਪਰਮੇਸ਼ਰ ਦੇ ਨਾਮ ਦੀ ਪ੍ਰੀਤੀ ਵਸੀ ਹੈ ਅਤੇ ਮੁਖੀ ਗੁਰਾਂ ਦੁਆਰਾ ਆਪਣੇ ਸਰੂਪ ਨੂੰ ਬੁੱਝ ਲੈਂਦਾ ਹੈ, ਉਸ ਦੀ ਦੇਹ ਸੋਨੇ ਵਰਗੀ ਸ਼ੁੱਧ ਹੋ ਜਾਂਦੀ ਹੈ। ਸੱਚਾ ਚੌਕਾ ਸੁਰਤ ਕੀ ਕਾਰਾ। ਉਸ ਦਾ ਮਨ ਰੂਪੀ ਚੌਂਕਾ ਸੱਚਾ ਹੈ, ਜਿਸ ਵਿੱਚ ਉਹਨੇ ਸੁਰਤ ਗਿਆਤ ਦੀ ਕਾਰ ਲਕੀਰ ਕੱਢੀ ਹੈ, ਜਾਂ ਵਾਹਿਗੁਰੂ ਵਿੱਚ ਸੁਰਤੀ ਲਾਉਣ ਦੀ ਕਾਰ ਕੱਢੀ ਹੋਈ ਹੈ। ਨਾਮ ਪੂਜਨ ਸੱਚ ਆਧਾਰਾ। ਹਰੀ ਪਰਮੇਸ਼ਰ ਦੇ ਨਾਮ ਰੂਪੀ ਭੋਜਨ ਦਾ ਹੀ ਸੱਚਾ ਆਸਰਾ ਗ੍ਰਹਿਣ ਕੀਤਾ ਹੈ। ਸਦਾ ਤ੍ਰਿਪਤ ਪਵਿੱਤਰ ਹੈ ਪਾਵਨ। ਉਹ ਪੁਰਖ ਹਮੇਸ਼ਾ ਰਜਿਆ ਹੋਇਆ ਹੈ ਅਤੇ ਪਵਿੱਤਰ ਤੋਂ ਪਵਿੱਤਰ ਹੈ। ਜਿਤ ਘਟ ਹਰ ਨਾਮ ਨਿਵਾਸੀ ਹੈ। ਜਿਸ ਦੇ ਹਿਰਦੇ ਵਿੱਚ ਹਰੀ ਪਰਮੇਸ਼ਰ ਦੇ ਨਾਮ ਦਾ ਵਾਸਾ ਹੈ। ਆਉ ਤਿਨ ਬਲਿਹਾਰੀ ਜੋ ਸਾਚੈ ਲਾਗੇ। ਮੈਂ ਤਿਨਾਂ ਮਹਾਂਪੁਰਖਾਂ ਤੋਂ ਬਲਿਹਾਰ ਕੁਰਬਾਨ ਜਾਂਦਾ ਜੋ ਸੱਚੇ ਨਾਮ ਦੇ ਵਿੱਚ ਲੱਗੇ ਹੋਏ ਹਨ। ਜਿੰਨੇ ਵੀ ਕਥਾ ਸੁਣਨ ਵਾਲੇ ਨੇ ਉਹਨਾਂ ਸਾਰਿਆਂ ਤੋਂ ਬਲਿਹਾਰ ਜਾਈਏ ਜੋ ਸੱਚੇ ਦੀ ਕਥਾ ਵਿੱਚ ਚਿੱਤ ਦੀ ਬਿਰਤੀ ਜੋੜ ਕੇ ਬੈਠੇ ਨੇ। ਹਰ ਗੁਣ ਗਾਵੇ ਅਨ ਦਿਨ ਜਾਗੇ। ਅਤੇ ਰਾਗੀ ਗੁਰਮੀਤ ਸਿੰਘ ਜੀ ਵਰਗੇ ਉਹਨਾਂ ਦਾ ਧੰਨਵਾਦ, ਜਿਹੜੇ ਹਰੀ ਪਰਮੇਸ਼ਰ ਦੇ ਗੁਣ ਗਾ ਕੇ ਵੇਖੋ ਆਸਾ ਦੀ ਵਾਰ ਪੂਰੀ ਦੀ ਪੂਰੀ ਲਾਉਣੀ। ਉਹਨਾਂ ਦਾ ਸਰੀਰ ਵੈਸੇ ਇੰਨੀ ਖੇਚਲ ਵਾਲਾ ਨਹੀਂ ਹੈ,
ਪਰ ਪੂਰੀ ਤਨਦੇਹੀ ਦੇ ਨਾਲ ਗਾਉਣਾ ਬੜਾ ਔਖਾ ਹੈ। ਹੇਠਲੀ ਸੁਰ ਦੇ ਵਿੱਚ ਗੱਲਬਾਤ ਕਰਨੀ ਆ, ਕਥਾ ਦੀ ਪਰਫਾਰਮੈਂਸ ਮੈਂ ਵੇਖਦਾ ਵੀ ਕੀਰਤਨ ਵਰਗੀ ਜੋਸ਼ ਵਾਲੀ ਨਹੀਂ, ਪਰ ਜਿਹੜਾ ਪੂਰੇ ਜੋਸ਼ ਨਾਲ ਗਾਉਣਾ ਹੈ ਇਹ ਬੜਾ ਕਠਿਨ ਹੈ। ਜਿਹੜੇ ਮਹਾਰਾਜ ਦੇ ਗੁਣ ਗਾਉਂਦੇ ਨੇ ਰਾਗੀ ਸਿੰਘ ਦਰਬਾਰ ਸਾਹਿਬ ਦੇ ਕੀਰਤਨੀਏ, ਉਹ ਦਿਨ ਰਾਤ ਗਿਆਨ ਅਵਸਥਾ ਵਿੱਚ ਜਾਗ ਪੈਂਦੇ। ਸੋ ਗੁਰਮੁਖ ਜਾਗ ਰਹੇ ਚੁਕੀ ਅਭਿਮਾਨੀ ਰਾਮ, ਉਹਨਾਂ ਤੋਂ ਵੀ ਬਲਿਹਾਰ ਜਾਈਏ। ਸਾਚਾ ਸੁਖ ਸਦਾ ਤਿਨਿ ਅੰਤਰ। ਸਾਡੇ ਮੁੰਡੇ ਤਾਂ ਸੁੱਤੇ ਨਹੀਂ ਉੱਠਦੇ, ਨਿਆਣੇ ਵੇਖੋ ਠਾਇਆਂ ਵੀ ਨਹੀਂ ਉੱਠਦੇ। ਉਹ ਧੰਨ ਪੁਰਖ ਨੇ ਜਿਹੜੇ ਆਸਾ ਦੀ ਵਾਰ ਗਾਉਂਦੇ ਨੇ, ਉਹਨਾਂ ਦੇ ਹਿਰਦੇ ਵਿੱਚ ਹਮੇਸ਼ਾ ਸੱਚਾ ਸੁੱਖ ਵਸਿਆ ਰਹਿੰਦਾ ਹੈ। ਰਸਨਾ ਹਰ ਰਸ ਰਾਸੀ ਹੈ। ਪਰ ਉਹਨਾਂ ਦੀ ਰਸਨਾ ਜ਼ਬਾਨ ਪਰਮੇਸ਼ਰ ਦੇ ਪ੍ਰੇਮ ਦੇ ਵਿੱਚ ਰਸੀ ਰਹਿੰਦੀ ਹੈ। ਹਰ ਨਾਮ ਚੇਤਾ ਅਵਰ ਨਾ ਪੂਜਾ। ਮੈਂ ਤਾਂ ਹਰੀ ਪਰਮੇਸ਼ਰ ਦਾ ਨਾਮ ਹੀ ਯਾਦ ਕਰਦਾ, ਹੋਰ ਕਿਸੇ ਦੇਵੀ ਦੇਵਤੇ ਦੀ ਪੂਜਾ ਨਹੀਂ ਕਰਦਾ ਹੈ। ਪੂਜਾ ਕੀਚੈ ਨਾਮ ਧਿਆਈਐ, ਬਿਨ ਨਾਮੈ ਪੂਜ ਨਾ ਹੋਏ। ਏਕੋ ਸੇਵੀ ਅਵਰ ਨਾ ਦੂਜਾ। ਅਦਵੈਤ ਸਰੂਪ ਨੂੰ ਸੇਵਨਾ ਕਰਦਾ ਹਾਂ, ਉਸ ਤੋਂ ਬਿਨਾ ਹੋਰ ਕੋਈ ਦੂਜਾ ਨਹੀਂ ਜਾਣਦਾ। ਪੂਰੇ ਗੁਰ ਸਭ ਸੱਚ ਦਿਖਾਇਆ। ਪੂਰੇ ਗੁਰਾਂ ਨੇ ਸਾਨੂੰ ਸਾਰਿਆਂ ਵਿੱਚ ਸੱਚਾ ਪ੍ਰਭੂ ਵਸਦਾ ਹੋਇਆ ਵਿਖਾਇਆ ਹੈ। ਸੱਚੇ ਨਾਮ ਨਿਵਾਸੀ ਹੈ। ਅਤੇ ਸੱਚੇ ਪ੍ਰਭੂ ਦੇ ਨਾਮ ਦੇ ਵਿੱਚ ਸਾਡੀ ਬਿਰਤੀ ਵਸਾਉਣਾ ਕੀਤੀ ਹੈ। ਭ੍ਰਮ ਭ੍ਰਮ ਜੋਨੀ ਫਿਰ ਆਇਆ। ਇਹ ਜੀਵ ਭਰਮ ਦਾ ਭਰਮਾਇਆ ਹੋਇਆ ਮੁੜ ਮੁੜ ਜੂਨਾਂ ਵਿੱਚ ਆਉਂਦਾ ਰਹਿੰਦਾ ਹੈ। ਇਹ ਜੀਵ ਆਪ ਭੁੱਲਾ ਹੋਇਆ ਹੈ ਕਿ ਜਾਂ ਆਪ ਭੁਲਾ ਜਾ ਖਸਮ ਭੁਲਾਇਆ। ਇਹ ਪ੍ਰਸ਼ਨ ਹੈ ਕਿ ਜੀਵ ਆਪ ਭੁੱਲਾ ਹੈ ਜਾਂ ਮਾਲਕ ਪ੍ਰਭੂ ਨੇ ਭੁਲਾਇਆ ਹੈ। ਬਹੁਤ ਔਖਾ ਪ੍ਰਸ਼ਨ ਹੈ, ਕਿਉਂਕਿ ਗੁਰਬਾਣੀ ਦੇ ਵਿੱਚ ਆਪਨੇ ਅੱਜ ਵੀ ਸੁਣਿਆ ਕਿ ਕਰਨ ਕਰਾਉਣ ਵਾਲਾ ਵਾਹਿਗੁਰੂ ਹੀ ਹੈ। ਜੋ ਜੀਵ ਕਰਦੇ ਨੇ ਉਹਨਾਂ ਦੇ ਸੰਸਕਾਰਾਂ ਕਰਮਾਂ ਅਨੁਸਾਰ ਆਪ ਹੀ ਪ੍ਰਮਾਤਮਾ ਨੂੰ ਗੁਣ ਕਰਾਉਂਦਾ। ਹੁਣ ਇਹ ਸਵਾਲ ਪੈਦਾ ਹੁੰਦਾ ਹੈ ਵੀ ਜਿਹੜਾ ਭੁੱਲਿਆ ਹੋਇਆ ਹੈ ਉਹ ਆਪ ਦੀ ਮਰਜ਼ੀ ਨਾਲ ਭੁੱਲਿਆ ਕਿ ਜਾਂ ਪ੍ਰਭੂ ਨੇ ਭੁਲਾਇਆ ਹੈ। ਉੱਤਰ ਵਿੱਚ ਇਹ ਬੇਨਤੀ ਹੈ ਕਿ ਜੇਕਰ ਇਹ ਜੀਵ ਆਪ ਭੁੱਲਿਆ ਹੈ ਤਾਂ ਵੀ ਆਪ ਦੇ ਮੰਦ ਕਰਮਾਂ ਕਰਕੇ ਭੁੱਲਿਆ। ਆਪ ਦੀਆਂ ਕਾਲੀਆਂ ਕਰਤੂਤਾਂ ਪਿਛਲੇ ਜਨਮ ਕੀਮਤਾਂ ਕੀ ਕਰਦੇ ਆਏ ਆਪਾਂ। ਜੇ ਕਹੀਏ ਵੀ ਰੱਬ ਮਾੜਾ ਥੋੜ੍ਹਾ ਕਰਦਾ, ਉਹਦੇ ਭਾਣੇ ਦਾ ਸਾਰੇ ਚੰਗੇ ਬਣ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ ਵੇਖੋ ਘਰੋਂ ਘਰ ਕੁੰਡਾ ਖੜਕਾ ਕੇ ਬੰਦਿਆਂ ਨੂੰ ਚੰਗੇ ਬਣਾਇਆ। ਵਲੀ ਕੰਧਾਰੀ ਨੂੰ ਤੇ ਭਾਈ ਲਾਲੋ ਦੇ ਕੋਲ ਰਹਿੰਦੇ ਆ ਮਲਕ ਭਾਗੋ ਨੂੰ, ਕੌਡੇ ਰਾਖਸ਼ ਨੂੰ ਮਹਾਰਾਜ ਤਾਂ ਨਹੀਂ ਚਾਹੁੰਦਾ ਕਿ ਬੰਦਾ ਬੁਰਾ ਬਣੇ, ਪਰ ਉਹਦੇ ਪਿਛਲੇ ਸੰਸਕਾਰ ਹੀ ਉਹਦੇ ਮਨ ਦੇ ਹਾਵੀ ਨੇ। ਜੇ ਅਸੀਂ ਗੁਟਕਾ ਫਾੜੀ ਲਈਏ ਤਾਂ ਨੀਂਦ ਆ ਕੇ ਘੇਰ ਲੈਂਦੀ। ਹੁਣ ਦੱਸੋ ਰੱਬ ਉੱਥੇ ਕੀ ਕਰੂਗਾ। ਉਹਨੇ ਤਾਂ ਪ੍ਰੋਵੀਜ਼ਨ ਬਣਾ ਦਿੱਤੀ ਹੈ, ਟਾਈਮ ਦਿੱਤਾ ਹੈ, ਸਭ ਕੁਝ ਦਿੱਤਾ, ਤੇ ਹੁਣ ਸਾਡੇ ਸੰਸਕਾਰ ਹੀ ਹਾਵੀ ਨੇ। ਉਹਨੇ ਸਾਨੂੰ ਨੀਂਦ ਲਿਆ ਦੇਣੀ ਹੈ। ਜੇ ਕਿਤੇ ਕਥਾ ਕੀਰਤਨ ਸੁਣਨ ਵੀ ਬੈਠੇ ਆ, ਆਪਦੀਆਂ ਗੱਲਾਂ ਛੋਹ ਲਈਆਂ ਜਾਂ ਸੁਰਤੀ ਬਿਰਤੀ ਵਿਦਿਆ ਚ ਲੀਨ ਹੋ ਗਏ, ਫਿਰ ਨੀਂਦਰ ਆ ਗਈ। ਹੁਣ ਮਹਾਰਾਜ ਉੱਥੇ ਕੀ ਕਰੂਗਾ। ਧੱਕਾ ਤੁੱਕਾ ਲਾ ਕੇ ਉਹਨੇ ਭੇਜਿਆ ਤਾਂ ਸਹੀ, ਜੇ ਹੁਣ ਸੁਣਨਾ ਹੀ ਨਹੀਂ। ਸੰਸਕਾਰ ਭਾਰੂ ਨੇ। ਬੰਦਾ ਭੁੱਲਿਆ ਤੇ ਮੰਦ ਕਰਮਾਂ ਕਰਕੇ ਭੁੱਲਿਆ, ਤੇ ਜੇਕਰ ਪ੍ਰਭੂ ਨੇ ਭੁਲਾਇਆ ਤਾਂ ਵੀ ਇਹਦੀ ਕਰਨੀ ਕਰਮਾਂ ਦਾ ਫਲ ਦੇਣ ਲਈ ਇਹਨੂੰ ਭੁਲਾਇਆ ਹੋਇਆ ਹੈ। ਜੀਉ ਮਿਲੈ ਤਾ ਗੁਰਮੁਖ ਬੂਝੈ। ਜਦ ਮੁਖੀ ਗੁਰਾਂ ਦੁਆਰਾ ਕੋਈ ਗੁਰ ਉਪਦੇਸ਼ ਨੂੰ ਬੁੱਝਦਾ ਤਾਂ ਉਹਨੂੰ ਪ੍ਰਭੂ ਜੀ ਹਰ ਜੀ ਮਿਲ ਪੈਂਦੇ ਨੇ। ਤੀਨੈ ਸ਼ਬਦ ਅਬਿਨਾਸੀ ਹੈ। ਹਰੋ ਨਾਸ਼ ਤੋਂ ਰਹਿਤ ਬ੍ਰਹਮ ਨੂੰ ਜਾਣ ਲੈਂਦਾ ਹੈ। ਕਾਮ ਕ੍ਰੋਧ ਭਰੇ ਹਮ ਅਪਰਾਧੀ। ਐਵੇਂ ਡਿੰਗਾ ਮਾਰੀਏ ਬਈ ਝੂਠ ਨਹੀਂ ਬੋਲਣਾ ਚਾਹੀਦਾ। ਹੱਥ ਜੋੜ ਕੇ ਇੰਜੀ ਬੇਨਤੀ ਕਰੀਏ ਕਿ ਹੇ ਪ੍ਰਮਾਤਮਾ ਅਸੀਂ ਅਪਰਾਧੀ ਗੁਨਾਹਗਾਰ ਹਾਂ, ਕਿਉਂਕਿ ਕਾਮ ਕ੍ਰੋਧ ਆਦਿਕ ਵਿਕਾਰਾਂ ਨਾਲ ਭਰੇ ਪਏ ਹਾਂ। ਕਿਆ ਮੋਹ ਲੈ ਬੁੱਲ ਹੈ ਨਾ ਹਮ ਗੁਣ ਨਾ ਸੇਵਾ ਸਾਧੀ। ਇਹ ਮਹਾਰਾਜ ਅਸੀਂ ਕਿਹੜਾ ਮੂੰਹ ਲੈ ਕੇ ਤੇਰੇ ਅੱਗੇ ਕੁਝ ਬੋਲੀਏ। ਨਾ ਤਾਂ
ਸਾਡੇ ਵਿੱਚ ਕੋਈ ਗੁਣ ਹੈ ਤੇ ਨਾ ਹੀ ਅਸੀਂ ਕੋਈ ਸੇਵਾ ਭਗਤੀ ਸਾਧਨਾ ਕੀਤੀ ਹੈ। ਤੁਪਦੀ ਪਾਥਰ ਮੇਲ ਲੈ ਹੋ ਤੁਮ ਆਪੇ। हे ਪ੍ਰਮਾਤਮਾ, ਅਸੀਂ ਪੱਥਰ ਦੀ ਤਰ੍ਹਾਂ ਪਾਪਾਂ ਨਾਲ ਭਾਰੀ ਹੋਣ ਕਰਕੇ ਸੰਸਾਰ ਰੂਪ ਸਮੁੰਦਰ ਵਿੱਚ ਵਿਸ਼ਿਆਂ ਰੂਪ ਜਲ ਵਿੱਚ ਡੁੱਬ ਰਹੇ ਹਾਂ। ਤੂੰ ਆਪ ਹੀ ਆਪਣੇ ਨਾਲ ਮੇਲ ਲੈਣਾ ਕਰ। ਸਾਚ ਨਾਮ ਅਬਿਨਾਸੀ ਹੈ। ਤੇਰਾ ਨਾਸ਼ ਤੋਂ ਰਹਿਤ ਸੱਚਾ ਨਾਮ ਸਾਨੂੰ ਪ੍ਰਾਪਤ ਹੋਵੇ, ਜਾਂ ਤੇਰਾ ਸੱਚਾ ਨਾਮ ਨਾਸ਼ ਤੋਂ ਰਹਿਤ ਕਰਨ ਵਾਲਾ ਨਾ ਹੈ। ਕੋਈ ਕਰੇ ਨਾ ਕਰਣਾ ਜੋਗਾ। ਇਹ ਹਰੀ ਤੇਥੋਂ ਬਿਨਾ ਆਪਣੇ ਆਪ ਨਾ ਹੁਣ ਕੋਈ ਕਰ ਸਕਦਾ ਤੇ ਨਾ ਹੀ ਅੱਗੇ ਨੂੰ ਕੋਈ ਕਰਨ ਦੇ ਲਾਇਕ ਹੈ। ਆਪੇ ਕਰਹਿ ਕਰਾਵਹਿ ਸੋ ਹੋਏਗਾ। ਤੂੰ ਆਪ ਹੀ ਜੋ ਕੁਝ ਕਰਦਾ ਤੇ ਜੀਵਨ ਨੂੰ ਕਰਮਾਉਂਦਾ ਹੈ, ਉਹੀ ਕੁਝ ਤਿੰਨਾਂ ਕਾਲਾਂ ਵਿੱਚ ਹੁੰਦਾ ਸੀ, ਹੁੰਦਾ ਹੈ, ਹੋਵੇਗਾ। ਆਪੇ ਬਖਸ਼ ਲਾਹੇ ਸੁਖ ਪਾਏ। ਤੂੰ ਆਪ ਹੀ ਜਿਸ ਨੂੰ ਬਖਸ਼ ਲੈਂਦਾ ਹੈ, ਉਹ ਆਤਮਿਕ ਸੁੱਖ ਨੂੰ ਪਾਉਂਦਾ ਹੈ ਸਦ ਹੀ ਨਾਮ ਨਿਵਾਸੀ ਹੈ। ਅਤੇ ਹਮੇਸ਼ਾ ਹੀ ਉਸ ਦਾ ਮਨ ਤੇਰੇ ਨਾਮ ਦੇ ਵਿੱਚ ਵਾਸਾ ਰੱਖਦਾ ਹੈ। ਤਨ ਧਰਤੀ ਸ਼ਬਦ ਬੀਜ ਅਪਾਰਾ। ਇਹ ਭਾਈ, ਇਹ ਸਰੀਰ ਧਰਤੀ ਹੈ। ਇਹਦੇ ਵਿੱਚ ਜਿਨ੍ਹਾਂ ਨੇ ਬੇਅੰਤ ਪ੍ਰਭੂ ਦੀ ਪ੍ਰਾਪਤੀ ਵਾਲਾ ਗੁਰ ਉਪਦੇਸ਼ ਰੂਪ ਬੀਜ ਬੀਜਿਆ ਹੈ, ਹਰ ਸਾਚੇ ਸੇਤੀ ਵਣਜ ਵਾਪਾਰਾ। ਉਹਨਾਂ ਨੇ ਸੱਚੇ ਹਰੀ ਪਰਮੇਸ਼ਰ ਦੇ ਨਾਲ ਨਾਮ ਜਪਣ ਰੂਪ ਸੌਦਾ ਖਰੀਦ ਕੇ ਨਾਮ ਦਾ ਜਪਾਉਣ ਰੂਪ ਵਪਾਰ ਕੀਤਾ ਹੈ। ਆਪ ਜਪੋ ਅਵਰਾ ਨਾਮ ਜਪਾਵੋ, ਸੁਨਤ ਕਹਿਤ ਰਹਿਤ ਗਤ ਪਾਵੋ। ਸੱਚ ਧਨ ਜੰਮਿਆ ਟੋਟ ਨ ਆਵੈ। ਉਹਨਾਂ ਦੇ ਹਿਰਦੇ ਅੰਦਰ ਸੱਚਾ ਨਾਮ ਰੂਪੀ ਧਨ ਮੰਨਣ ਰੂਪ ਜੰਮਿਆ ਉਤਪਤ ਹੋਇਆ, ਭਾਵ ਅਭਿਆਸ ਅਧਿਕ ਹੋ ਗਿਆ ਹੈ। ਉਹਨਾਂ ਨੂੰ ਕਿਸੇ ਪ੍ਰਕਾਰ ਦਾ ਘਾਟਾ ਨਹੀਂ ਆਉਂਦਾ। ਅਸੀਂ ਜੱਟ ਜ਼ਮੀਂਦਾਰ ਲੋਕ ਹਾਂ ਜਾਂ ਦੁਕਾਨ ਵਾਲੇ ਵਪਾਰੀ ਹਾਂ, ਤਾਂ ਗੁਰੂ ਜੀ ਨੇ ਧਰਤੀ ਨੂੰ ਬੀਜਣ ਦਾ ਤੇ ਜੰਮਣ ਦਾ ਤੇ ਵਪਾਰ ਵਾਲਾ ਹੀ ਦ੍ਰਿਸ਼ਟਾਂਤ ਦੇ ਕੇ ਸਾਨੂੰ ਸਮਝਾਇਆ ਹੈ। ਅੰਤਰ ਨਾਮ ਨਿਵਾਸੀ ਹੈ। ਉਹਨਾਂ ਦੇ ਹਿਰਦੇ ਅੰਦਰ ਪਰਮੇਸ਼ਰ ਦੇ ਨਾਮ ਦਾ ਵਾਸਾ ਹੋ ਜਾਂਦਾ ਹੈ। ਇਉਂ ਇੰਜ ਬੇਨਤੀ ਕਰੀਏ, ਆਜਿਓ ਅਵਗਣਿਆਰੇ ਨੋ ਗੁਣ ਕੀਜੈ। ਹੇ ਪਰਮੇਸ਼ਰ ਜੀ, ਮੈਂ ਔਗਣਾ ਵਾਲੇ ਨੂੰ ਗੁਣ ਦੇਣਾ ਕਰੋ ਜਾਂ ਮੇਰੇ ਤੇ ਗੁਣ ਉਪਕਾਰ ਕਰੋ। ਆਪੇ ਬਖਸ਼ ਲਾਹੇ ਨਾਮ ਦੀਜੈ। ਮੈਨੂੰ ਪੁਲਿਸ ਨੂੰ ਫੜਾਉਣ ਦੀ ਬਜਾਏ ਜਾਂ ਜਮਦੂਤਾਂ ਨੂੰ ਫੜਾਉਣ ਦੀ ਬਜਾਏ, ਜਿਸ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਨੇ ਆਖਿਆ ਸੀਗਾ ਵੀ ਹੁਣ ਭਾਵੇਂ ਮੈਨੂੰ ਮਾਰ ਹੀ ਕੱਤੋ, ਪਰ ਮੈਨੂੰ ਧਰਮਰਾਜ ਦੀ ਕਚਹਿਰੀ 'ਚ ਨਾ ਪੇਸ਼ ਹੋਣਾ ਬਈ। ਅਕਾਲੀ ਫੂਲਾ ਸਿੰਘ ਨੇ ਰੋਂਦਿਆਂ ਵੇਖ ਕੇ ਆਖਿਆ, ਮਹਾਰਾਜਾ ਰੋ ਕਿਉਂ ਨੇ? ਕਹਿੰਦਾ ਭਾਵੇਂ 2 ਹੋਰ ਕੋਰੜੇ ਮਾਰ ਲਓ। ਕਹਿੰਦੇ ਬਸ। ਜਮਾਂ ਦੇ ਵਸ ਨਾ ਪਾਇਓ। ਕਹਿੰਦੇ ਬਸ, ਇਹ ਤੇਰੀ ਨਿਮਰਤਾ ਹੀ ਤੈਨੂੰ ਤਾਰ ਦੇਗੀ। ਕਹਿੰਦੇ ਕੋਰੜੇ ਨਹੀਂ ਮਾਰਨੇ, ਬਸ ਬਖਸ਼ ਲਓ। ਉਹੀ ਬੰਨ ਕੇ ਛੱਡ ਦਿੱਤਾ ਸੀਗਾ। ਇਉਂ ਮਹਾਰਾਜ ਤੇਰੇ ਦਰ ਦੇ ਬੰਦੇ ਆ, ਸਾਨੂੰ ਯਮਾਂ ਦੇ ਵਸ ਨਾ ਪਾਈ। ਇੱਥੇ 2 ਮਾਰ ਲਾ, 2 ਧੱਕੇ ਇੱਥੇ ਪੈ ਜਾਣ ਤੇ ਮਹਾਰਾਜ ਸਾਨੂੰ ਇੱਥੇ ਹੀ ਬਖਸ਼ ਕੇ ਆਪ ਦਾ ਨਾਮ ਦੇਣਾ ਕਰੋ। ਗੁਰਮੁਖ ਹੋਵੈ ਸੋ ਪਤ ਪਾਏ। ਹੇ ਪਰਮਾਤਮਾ, ਜੋ ਗੁਰਮੁਖ ਹੁੰਦਾ ਹੈ ਉਹ ਲੋਕ ਪਰਲੋਕ ਵਿੱਚ ਇੱਜ਼ਤ ਪਾਉਣਾ ਕਰਦਾ ਹੈ। ਇਕਤ ਨਾਮ ਨਿਵਾਸੀ ਹੈ। ਉਹਦਾ ਇੱਕ ਤੇਰੇ ਨਾਮ ਦੇ ਵਿੱਚ ਹੀ ਵਾਸਾ ਹੁੰਦਾ ਹੈ। ਅੰਤਰ ਹਰ ਧਨ ਸਮਝ ਨਾ ਹੋਈ। ਸਾਰਿਆਂ ਦੇ ਹਿਰਦੇ ਵਿੱਚ ਪਰਮੇਸ਼ਰ ਦਾ ਨਾਮ ਹੈ, ਸਰੂਪ ਰੂਪੀ ਧਨ ਮੌਜੂਦ ਹੈ, ਪਰ ਕਿਸੇ ਨੂੰ ਵੀ ਇਹਦੀ ਸੂਝ ਬੂਝ ਸਮਝ ਨਹੀਂ ਹੈ। ਗੁਰ ਪ੍ਰਸਾਦੇ ਬੂਝੈ ਕੋਈ। ਸਤਿਗੁਰਾਂ ਦੀ ਕਿਰਪਾ ਦੁਆਰਾ ਕੋਈ ਵਿਰਲਾ ਹੀ ਇਸ ਭੇਤ ਨੂੰ ਸਮਝਦਾ ਹੈ। ਗੁਰਮੁਖ ਹੋਵੈ ਸੋ ਧਨ ਪਾਏ। ਜੋ ਗੁਰਮੁਖ ਹੁੰਦਾ ਹੈ ਉਹ ਗੁਰਾਂ ਦੁਆਰਾ ਨਾਮ ਰੂਪ ਧਨ ਪਾਉਂਦਾ ਹੈ। ਸਦ ਹੀ ਨਾਮ ਨਿਵਾਸੀ ਹੈ। ਫਿਰ ਹਮੇਸ਼ਾ ਹੀ ਉਸ ਦਾ ਨਾਮੀ ਪ੍ਰਭੂ ਵਿੱਚ ਨਿਵਾਸ ਹੋ ਜਾਂਦਾ ਹੈ। ਅਨਲ ਵਾਉ ਭਰਮ ਭੁਲਾਈ। ਤ੍ਰਿਸ਼ਨਾ ਰੂਪੀ ਅਨਲ ਅੱਗ ਤੇ ਵਾਸ਼ਨਾ ਰੂਪੀ ਪੌਣ ਨੇ
ਸਾਰੀ ਸ੍ਰਿਸ਼ਟੀ ਭਰਮ ਦੇ ਵਿੱਚ ਭੁਲਾਈ ਹੋਈ ਹੈ। ਮਾਇਆ ਮੋਹਿ ਸੁਧ ਨਾ ਕਾਈ। ਮਾਇਆ ਦੇ ਮੋਹ ਵਿੱਚ ਲੱਗਣ ਕਰਕੇ ਜੀਵਨ ਨੂੰ ਲੋਕ ਪਰਲੋਕ ਦੀ ਕੋਈ ਵੀ ਖਬਰ ਸੂਝ ਨਹੀਂ ਹੈ। ਮਨਮੁਖ ਅੰਧੇ ਕਿਛੂ ਨਾ ਸੂਝੈ। ਅਗਿਆਨੀ ਮਨਮੁਖਾਂ ਨੂੰ ਲੋਕ ਪਰਲੋਕ ਦੇ ਅਗਿਆਨ ਆਦਿਕ ਕੁਝ ਵੀ ਸੁਝਦਾ ਨਹੀਂ ਹੈ। ਗੁਰਮਤਿ ਨਾਮ ਪ੍ਰਗਾਸੀ ਹੈ। ਗੁਰਾਂ ਦੀ ਸਿੱਖਿਆ ਦੁਆਰਾ ਗੁਰਮੁਖਾਂ ਦੇ ਹਿਰਦੇ ਅੰਦਰ ਪਰਮੇਸ਼ਰ ਦੇ ਨਾਮ ਦਾ ਪ੍ਰਕਾਸ਼ ਹੋਇਆ ਹੈ। ਮਨਮੁਖੋਂ ਮੈਂ ਮਾਇਆ ਸੂਤੇ। ਮਨਮੁਖ ਪੁਰਸ਼ ਹੰਗਤਾ ਮਮਦਾ ਕਰਕੇ ਮਾਇਆ ਦੇ ਮੋਹ ਵਿੱਚ ਸੁਤੇ ਹੋਏ ਹਨ। ਆਪਣਾ ਘਰ ਨਾ ਸੰਭਾਲ ਹੈ ਅੰਤ ਵਿਗੂਤੇ। ਉਹ ਆਪ ਦਾ ਸਰੂਪ ਜਾਂ ਸੱਚਖੰਡ ਰੂਪੀ ਘਰ ਤਾਂ ਸੰਭਾਲਦੇ ਨਹੀਂ ਤੇ ਅਖੀਰ ਨੂੰ ਖਰਾਬ ਹੀ ਹੁੰਦੇ ਨੇ। ਪਰ ਨਿੰਦਾ ਕਰ ਹੈ ਬਹੁ ਚਿੰਤਾ ਜਾਲੈ। ਉਹ ਪਰਾਈ ਨਿੰਦਾ ਕਰਦੇ ਨੇ, ਬਹੁਤੀ ਚਿੰਤਾ ਵਿੱਚ ਸੜਦੇ ਰਹਿੰਦੇ ਨੇ। ਦੁਖੇ ਦੁਖ ਨਿਵਾਸੀ ਹੈ। ਇਸ ਕਰਕੇ ਦੁਖੀ ਦੁੱਖ ਵਿੱਚ ਉਹਨਾਂ ਦਾ ਵਾਸਾ ਹੁੰਦਾ ਹੈ। ਆਪੇ ਕਰਤਾ ਕਾਰ ਕਰਾਈ। ਰਚਨਹਾਰ ਪ੍ਰਮਾਤਮਾ ਨੇ ਆਪ ਹੀ ਗੁਰਮੁਖਾਂ ਬਾਸੋਂ ਭਗਤੀ ਰੂਪ ਕਾਰ ਕਰਵਾਉਣ ਕੀਤੀ ਹੈ। ਆਪੇ ਗੁਰਮੁਖ ਦੇ ਬੁਝਾਈ। ਆਪ ਹੀ ਗੁਰਮੁਖ ਜਨਾਂ ਨੂੰ ਆਤਮਿਕ ਜੀਵਨ ਦੀ ਸਿੱਖਿਆ ਸਮਝਾ ਦੇਣਾ ਕੀਤੀ ਹੈ। ਨਾਨਕ ਨਾਮ ਰਤੇ ਮਨ ਨਿਰਮਲ। ਸਤਿਗੁਰੂ ਅਮਰਦਾਸ ਸਾਹਿਬ ਜੀ ਕਥਨ ਕਰਦੇ ਨੇ ਕਿ ਜੋ ਪਰਮੇਸ਼ਰ ਦੇ ਨਾਮ ਦੇ ਵਿੱਚ ਰੰਗੇ ਗਏ ਨੇ ਉਹਨਾਂ ਦਾ ਮਨ, ਉਹਨਾਂ ਦਾ ਹਿਰਦਾ ਉਜਲ ਰਹਿੰਦਾ ਹੈ। ਨਾਮੇ ਨਾਮ ਨਿਵਾਸੀ ਹੈ। ਨਾਮ ਦੇ ਜਪਣ ਕਰਕੇ ਉਹਨਾਂ ਦਾ ਨਾਮੀ ਪਰਮੇਸ਼ਰ ਵਿੱਚ ਨਿਵਾਸ ਹੋ ਜਾਂਦਾ ਹੈ। ਇਹ ਮਹਾਰਾਜ ਨੇ ਉਪਦੇਸ਼ ਬਖਸ਼ਿਆ। ਭੁੱਲਾਂ ਚੁੱਕਾਂ ਖਿਮਾ ਕਰੋ ਜੀ, ਅੱਗੇ ਤੋਂ ਸਮਤ ਬਖਸ਼ਿਓ। ਆਪੇ ਕਰਤਾ ਕਾਰ ਕਰਾਈ। ਆਪੇ ਗੁਰਮੁਖ ਦੇ ਬੁਝਾਈ। ਨਾਨਕ ਨਾਮ ਰਤੇ ਮਨ ਨਿਰਮਲ। ਨਾਮੇ ਨਾਮ ਨਿਵਾਸੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ। ਆਨੰਦ ਕੋ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਬਾਇਆ। ਗੁਰ ਤਾ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ। ਰਾਗ ਰਤਨ ਬਰਵਾਨ ਬਰੀਆਂ ਸ਼ਬਦ ਗਾਵਣ ਆਈਆਂ।